ਅੱਜ ਤੁਹਾਨੂੰ ਇੱਕ ਸ਼ਖਸ ਨਾਲ ਰੂਬਰੂ ਕਰਾਵਾਂਗੇ। ਇੱਕ ਕੁੜੀ ਜਿਹਨੇ ਛੋਟੀ ਉਮਰ 'ਚ ਹੀ ਕਹਿ ਲਓ ਕਿ ਕਾਮਯਾਬੀ ਦੀ ਜਿਹੜੀ ਛਲਾਂਗ ਲਗਾਈ ਹੈ ਉਹ ਕਾਬਿਲੇ ਤਾਰੀਫ ਹੈ। ਉੱਡਦਾ ਦੁਪੱਟਾ ਮੇਰਾ ਮਲ ਮਲ ਦਾ, ਦਿਲ ਉੱਤੇ ਜ਼ੋਰ ਚੰਨਾ ਨਹੀਂ ਚੱਲਦਾ। ਆਵੇ ਤੇ ਮਨਾਵਾਂਗੀ ਮੈਂ ਹੱਥ ਜੋੜ ਕੇ, ਚੰਨਾ ਵੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ। ਮੋੜ ਦੀ ਜ਼ਿੰਦਗੀ ਇਸ ਕਰਕੇ ਕਿ ਫਿਲਮ ਆਈ ਹੈ ਮੋੜ ਦੀ ਜਿਹੜੀ ਉਹ ਹੀਰੋਇਨ ਹੈ। ਸਪੋਰਟਸ ਵਿੱਚ ਵੀ ਬੜਾ ਨਾਂ ਕਮਾਇਆ, ਹੁਣ ਐਕਟਿੰਗ ਵੀ ਸ਼ੁਰੂ ਹੋ ਗਈ ਹੈ। ਹੋਰ ਕਿਵੇਂ ਤਾਰੀਫਾਂ ਚਾਹੀਦੀਆਂ ਤੈਨੂੰ? ਮੈਨੂੰ ਲੱਗਦਾ ਹੈ ਕਿ ਗ੍ਰੈਜੂਅਲੀ ਵਿਦ ਦ ਫਲੋ ਆਉਂਦਾ ਰਿਹਾ ਕਿ ਇੱਦਾਂ ਕੋਈ ਮੈਂ ਜ਼ੋਰ ਪਾ ਕੇ ਕੋਈ ਕੁਝ ਨਹੀਂ ਕੀਤਾ। ਸਾਡੇ ਵੱਡੇ ਬਜ਼ੁਰਗ ਜਿਹੜੇ ਹੁੰਦੇ ਆ ਉਹ ਸਾਨੂੰ ਕਹਿ ਦਿੰਦੇ ਇੱਦਾਂ ਕਿ ਨਹੀਂ ਇਹ ਵਧੀਆ ਨਹੀਂ ਹੈ, ਇਹ ਟੀਵੀ ਤੇ ਬਹੁਤ ਸੋਹਣਾ ਲੱਗਦਾ ਬਟ ਇਹ ਲਾਈਫ ਇੰਨੀ ਹੈ ਨਹੀਂ। ਤੇ ਕਦੀ ਉਹ ਵੱਡਿਆਂ ਦਾ ਹੁੰਗਾਰਾ ਇੰਨਾ ਨਹੀਂ ਸੋਲਿਡ ਹੁੰਦਾ ਤੇ ਬੱਚਾ ਫਿਰ ਥੰਮ ਕੇ ਬਹਿ ਜਾਂਦਾ ਥੱਲੇ। ਮੈਂ ਪਾਪਾ ਤੋਂ ਬਹੁਤ ਝਿੜਕਾਂ ਖਾਧੀਆਂ, ਮੈਂ ਕਦੀ ਸੇਵਿੰਗਸ ਨਹੀਂ ਕਰ ਪਾਉਂਦੀ ਸੀ। ਪਾਪਾ ਦਾ ਜਦ ਵੀ ਮੰਥ ਐਂਡ ਤੇ ਕਾਲ ਆਉਂਦਾ ਸੀ, ਅੱਛਾ ਕਿੰਨਾ ਦੀਪਾ ਕਿੰਨਾ ਹੋ ਗਿਆ, ਕਿੰਨੀ ਸੇਵਿੰਗ ਕੀਤੀ? ਮੈਂ ਕਿਹਾ ਪਾਪਾ ਕੁਝ ਵੀ ਨਹੀਂ ਹੈ, ਉਲਟਾ ਪਾਪਾ ਤੋਂ ਪੈਸੇ ਮੰਗਣਾ। ਮੇਰੇ ਮਾਈਂਡ 'ਚ ਇੱਕ ਚੀਜ਼ ਇਹ ਆਈ ਕਿ ਯਾਰ ਕੀ ਪਤਾ ਮੈਨੂੰ ਇਹ ਗੋਡ ਦਾ ਨਾ ਕੋਈ ਇੱਕ ਸਿਗਨਲ ਆ ਰਿਹਾ ਕਿ ਕਿਉਂਕਿ ਮੈਂ ਨਹੀਂ ਕਰਨਾ ਚਾਹੁੰਦੀ ਹੈ ਜੋਬ, ਮੈਂ ਖੁਸ਼ ਨਹੀਂ ਹਾਂ, ਅਤੇ ਕਿਉਂ ਨਾ ਮੈਂ ਕਿਸੇ ਹੋਰ ਪਾਸੇ ਟਰਾਈ ਕਰਾਂ। ਤਾਂ ਉਸ ਰਾਤ ਆਪਾਂ ਮੈਂ ਮਤਲਬ ਜਿਵੇਂ ਸੁੱਤੀ ਤੇ ਅਗਲੇ ਸਵੇਰ ਮੈਨੂੰ ਪਤਾ ਲੱਗਾ ਕਿ ਦਿਲਜੀਤ ਸਰ ਨੇ ਆਪਣੀ ਪ੍ਰੋਫਾਈਲ ਤੇ ਸ਼ੇਅਰ ਕਰਤਾ ਹੈ। ਸੋ ਉਹ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਇੱਕ ਬਹੁਤ ਵੱਡਾ ਇੱਕ ਹਾਂਜੀ ਸਰਪ੍ਰਾਈਜ਼ ਸੀ। ਇਨਸਾਨ ਦੀ ਜ਼ਿੰਦਗੀ ਉਤਾਰ ਚੜਾਵ ਦੇ ਨਾਲ ਭਰੀ ਹੁੰਦੀ ਹੈ ਔਰ ਕਈ ਮੋੜ ਵੀ ਜ਼ਿੰਦਗੀ 'ਚ ਆਉਂਦੇ ਨੇ, ਲੇਕਿਨ ਕੁਝ ਇਹੋ ਜਿਹੇ ਮੋੜ ਹੁੰਦੇ ਨੇ ਜਿਹੜੇ ਇਨਸਾਨ ਦੀ ਲਾਈਫ ਨੂੰ ਇੱਕ ਚੰਗਾ ਰਾਹ, ਇੱਕ ਚੰਗੇ ਮੋੜ 'ਤੇ ਲੈ ਕੇ ਖੜਾ ਕਰ ਦਿੰਦੇ ਨੇ। ਅੱਜ ਤੁਹਾਨੂੰ ਇੱਕ ਸ਼ਖਸ ਨਾਲ ਰੂਬਰੂ ਕਰਾਵਾਂਗੇ। ਇੱਕ ਕੁੜੀ ਜਿਹਨੇ ਛੋਟੀ ਉਮਰ 'ਚ ਹੀ ਕਹਿ ਲਓ ਕਿ ਕਾਮਯਾਬੀ ਦੀ ਜਿਹੜੀ ਛਲਾਂਗ ਲਗਾਈ ਹੈ ਉਹ ਕਾਬਿਲੇ ਤਾਰੀਫ ਹੈ। ਆਮ ਪੰਜਾਬ ਦੀ ਕੁੜੀ, ਮਲਟੀ ਟੈਲੈਂਟਡ। ਮੋੜ ਦੀ ਜ਼ਿੰਦਗੀ ਇਸ ਕਰਕੇ ਕਿ ਫਿਲਮ ਆਈ ਹੈ ਮੋੜ ਦੀ ਜਿਹੜੀ ਉਹ ਹੀਰੋਇਨ ਹੈ ਨਾਇਕਰਾ ਨਵਦੀਪ, ਘਰੇ ਦੀਪੀ ਵੀ ਕਹਿੰਦੇ ਨੇ। ਅੱਜ ਅਸੀਂ ਉਹਨੂੰ ਸਪੈਸ਼ਲ ਮਿਲਣ ਆਏ ਹਾਂ, ਜ਼ਿੰਦਗੀ ਦੀ ਗੱਲਬਾਤ ਕਰਨ ਆਏ ਹਾਂ। ਅਸੀਂ ਇੱਕ ਸਟੂਡੀਓ 'ਚ ਮੌਜੂਦ ਹਾਂ ਔਰ ਨਾਇਕਰਾ ਹਾਲੇ ਰਿਕਾਰਡਿੰਗ ਕਰਨ ਗਈ ਹੈ ਕਿਉਂਕਿ ਸਿੰਗਿੰਗ ਪੈਸ਼ਨ ਹੈ, ਅਤੇ ਜਿੱਦਾਂ ਹੀ ਬਾਹਰ ਆਉਂਦੀ ਅਸੀਂ ਮੁਲਾਕਾਤ ਕਰਾਂਗੇ ਔਰ ਉਮੀਦ ਹੈ ਸ਼ਾਇਦ ਖਤਮ ਹੋ ਚੁੱਕੀ ਹੈ ਰਿਕਾਰਡਿੰਗ ਔਰ ਨਾਇਕਰਾ ਕੁਛ ਹੀ ਸਕਿੰਟਾਂ ਵਿੱਚ ਦਰਸ਼ਕਾਂ ਦੇ ਰੂਬਰੂ ਹੋਏਗੀ। ਔਰ ਲੱਗਦਾ ਜੀ ਨਾਇਕਰਾ ਜੀ ਐਂਟਰੀ ਹੋ ਗਿਆ। ਆਓ ਜੀ, ਆਓ ਜੀ, ਆਇਆਂ ਨੂੰ ਬਹੁਤ ਬਹੁਤ ਮੁਬਾਰਕਾਂ। ਨਾਇਕਾ ਜੀ, ਮੈਨੂੰ ਲੱਗਦਾ ਬਿਜ਼ੀ ਸੀਗੇ ਤੁਸੀਂ? ਹੈ ਹਾਂਜੀ ਬਸ ਡਬਿੰਗ ਚੱਲ ਰਹੀ ਸੀ। ਡਬਿੰਗ ਚੱਲ ਰਹੀ ਸੀ, ਹੁਣ ਤਾਂ ਤੁਹਾਡੀ ਡਬਿੰਗਾਂ ਹੀ ਚੱਲ ਰਹੀਆਂ ਨੇ। ਬਈ ਇਹ ਕੁੜੀ ਟੈਲੈਂਟਡ ਹੈ, ਸੌਫਟਵੇਅਰ ਇੰਜੀਨੀਅਰ, ਸਪੋਰਟਸ ਵਿੱਚ ਵੀ ਬੜਾ ਨਾਂ ਕਮਾਇਆ, ਹੁਣ ਐਕਟਿੰਗ ਵੀ ਸ਼ੁਰੂ ਹੋ ਗਈ ਹੈ। ਹੋਰ ਕਿਵੇਂ ਤਾਰੀਫਾਂ ਚਾਹੀਦੀਆਂ ਤੈਨੂੰ? ਨਹੀਂ ਬਸ ਇਹ ਬਹੁਤ ਐਕਚੁਅਲੀ ਹਜੇ ਸਟਾਰਟ ਹੈ। ਹਾਂਜੀ। ਅੱਛਾ, ਘਰ ਦਾ ਨਾਂ ਦੀਪੀ ਹੈ, ਮੈਨੂੰ ਹੁਣੇ ਪਤਾ ਚੱਲਿਆ। ਹਾਂ ਯੈਸ, ਨਾਇਕਰਾ ਨਵਦੀਪ ਤੇ ਦੀਪੀ, ਘਰ ਦੇ ਮੈਨੂੰ ਪਿਆਰ ਨਾਲ ਦੀਪੀ ਬੁਲਾਉਂਦੇ ਨੇ। ਚੰਗਾ ਲੱਗਦਾ ਹੋਣਾ? ਬਹੁਤ ਅੱਛਾ ਲੱਗਦਾ ਹੈ। ਇਹ ਐਕਚੁਅਲੀ ਦੀਪਿਕਾ ਪਾਦੂਕੋਣ ਨੇ ਵੀ ਦੀਪੀ ਬੁਲਾਉਂਦੇ, ਸੋ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਕਿਉਂਕਿ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ। ਹਰ ਇੰਟਰਵਿਊ 'ਚ ਮੈਂ ਕਹਿੰਦੀ ਹਾਂ ਕਿ ਮੈਂ ਦੀਪਿਕਾ ਮੈਮ ਦੀ ਬਹੁਤ ਵੱਡੀ ਫੈਨ ਹਾਂ। ਅੱਛਾ ਨਾਇਕਰਾ, ਇਹ ਜਿਹੜਾ ਨਾਮ ਹੈ ਤੁਸੀਂ ਪਹਿਲਾਂ ਵੀ ਦੱਸਿਆ ਹੈ ਨਾ ਕਿ ਤੁਸੀਂ ਆਪਣੀ ਫੈਮਿਲੀ ਮੈਂਬਰ ਤੋਂ ਇੱਕ ਨਾਂ ਚੂਜ਼ ਕਰਕੇ ਆਪਣਾ ਇੱਕ ਨਾਂ ਦੱਸਿਆ, ਬੜੀ ਕ੍ਰੀਏਟਿਵ ਹੈ। ਔਰ ਕਿਉਂਕਿ ਸੌਫਟਵੇਅਰ ਇੰਜੀਨੀਅਰ ਹੋ ਤੁਸੀਂ, ਬੇਸ਼ੱਕ ਐਕਟਿੰਗ ਸਿੰਗਿੰਗ ਕਰਦੇ ਹੋ, ਟੈਲੈਂਟ ਕਹਿੰਦੇ ਹੋ ਕਾਫੀ ਹੁੰਦਾ ਹੈ। ਜ਼ਿੰਦਗੀ ਦਾ ਉਹ ਦੌਰ ਵੀ ਆਇਆ ਜਦੋਂ ਤੁਸੀਂ ਸਿਰਫ ਇੱਕ ਨੋਰਮਲ ਲਾਈਫ ਆਪਣੀ ਕਾਲਜ LPU ਪਾਸ ਆਊਟ ਕਰਕੇ ਜੌਬ ਲੱਗੀ ਹੈ ਨਾ, ਇੱਕ ਹੁੰਦਾ ਕਿ ਆਪਣਾ ਸੌਫਟਵੇਅਰ ਇੰਜੀਨੀਅਰ ਬਣ ਗਏ। ਉਹ ਦੱਸੋ ਕਿ ਇੱਕ ਮੋੜ ਕਿਵੇਂ ਆਇਆ ਲਾਈਫ 'ਚ? ਮੈਨੂੰ ਲੱਗਦਾ ਕਿ ਗ੍ਰੈਜੂਅਲੀ ਵਿਦ ਦ ਫਲੋ ਆਉਂਦਾ ਰਿਹਾ ਕਿ ਇੱਦਾਂ ਕੋਈ ਮੈਂ ਜ਼ੋਰ ਪਾ ਕੇ ਕੋਈ ਕੁਝ ਨਹੀਂ ਕੀਤਾ। ਪਹਿਲਾਂ ਮੈਂ ਜਿਵੇਂ ਸਕੂਲਿੰਗ ਖਤਮ ਕੀਤੀ, ਉਸ ਦੌਰਾਨ ਮੇਰੇ ਬੈਕ ਆਫ ਦਾ ਮਾਈਂਡ ਜਿਵੇਂ ਹੁੰਦਾ ਨਾ, ਮੈਂ ਆਪਣੇ ਘਰਦਿਆਂ ਨਾਲ ਵਾਕ ਕਰਦੇ ਕਰਦੇ ਜ਼ਰੂਰ ਇਹ ਗੱਲ ਕਰਦੀ ਹੁੰਦੀ ਸੀ ਕਿ ਮੈਂ ਵਧੀਆ, ਮੈਨੂੰ ਸਿੰਗਿੰਗ ਅੱਛੀ ਲੱਗਦੀ ਹੈ ਜਾਂ ਮੈਂ ਕਰਨਾ ਚਾਹੁੰਦੀ ਹਾਂ। ਅਤੇ ਕਦੀ ਕਦੀ ਐਵੇਂ ਨੋਰਮਲ ਡਿਸਕਸ਼ਨਸ ਹੋ ਜਾਂਦੀਆਂ ਨਾ ਬੈਠੇ ਫੈਮਿਲੀ 'ਚ, ਅਤੇ ਫਿਰ ਸਾਡੇ ਵੱਡੇ ਬਜ਼ੁਰਗ ਜਿਹੜੇ ਹੁੰਦੇ ਆ ਉਹ ਸਾਨੂੰ ਕਹਿ ਦਿੰਦੇ ਇੱਦਾਂ ਕਿ ਨਹੀਂ ਇਹ ਵਧੀਆ ਨਹੀਂ ਹੈ, ਇਹ ਟੀਵੀ 'ਤੇ ਬਹੁਤ ਸੋਹਣਾ ਲੱਗਦਾ ਬਟ ਇਹ ਲਾਈਫ ਇੰਨੀ ਹੈ ਨਹੀਂ। ਅਤੇ ਚਲੋ ਠੀਕ ਹੈ, ਇੱਕ ਬੱਚੇ ਦੇ ਜਿੰਨੀ ਹੁੰਦਾ ਨਾ ਕਿ ਜੋ ਖੁਆਇਸ਼ਾਂ ਬੱਚਾ ਲੈਂਦਾ ਫਿਰ ਵੱਡੇ ਹੀ ਉਹਨੂੰ ਹੁੰਗਾਰਾ ਭਰਦੇ ਆ, ਪਰ ਕਦੀ ਕਦੀ ਉਹ ਵੱਡਿਆਂ ਦਾ ਹੁੰਗਾਰਾ ਇੰਨਾ ਨਹੀਂ ਸੋਲਿਡ ਹੁੰਦਾ ਅਤੇ ਬੱਚਾ ਫਿਰ ਥੰਮ ਕੇ ਬਹਿ ਜਾਂਦਾ ਥੱਲੇ।
ਤੇ ਸਕੂਲ ਟਾਈਮ 'ਚ ਇੱਦਾਂ ਹੀ ਹੋਇਆ ਪਰ ਮੈਂ ਸਕੂਲ 'ਚ ਕਲਾਸਿਸ 'ਚ ਜ਼ਰੂਰ ਮੈਂ ਗਾਉਂਦੀ ਹੁੰਦੀ ਸੀ ਸੌਂਗ ਤੇ ਟੀਚਰਸ ਨੇ ਮੈਨੂੰ ਬਹੁਤ ਐਪਰੀਸ਼ੀਏਟ ਕਰਨਾ ਲਾਈਕ ਕੁਝ ਵੀ ਐ ਮੇਰੇ ਵਤਨ ਕੇ ਲੋਗੋਂ ਜਾਂ ਇਦਾਂ ਦੇ ਕੁਝ ਹੈ ਨਾ ਆਪਣੇ ਜਿਹੜੇ ਸੌਂਗਸ ਹੈਗੇ ਪਹਿਲਾ ਸੌਂਗ ਇਹ ਗਾਇਆ ਸੀ ਹਾਂਜੀ ਕਿਉਂਕਿ ਹੁੰਦਾ ਨਾ ਗਰੁੱਪ 'ਚ ਹਾਊਸਿਸ ਹੁੰਦੇ ਆ ਸਕੂਲ 'ਚ ਤੇ ਉਹਨਾਂ ਵਿੱਚ ਉੱਦਾਂ ਪਰਫਾਰਮ ਕਰਨਾ ਤੇ ਉੱਥੋਂ ਮੈਨੂੰ ਲੱਗਦਾ ਕਿ ਇੱਕ ਅੰਦਰ ਹੀ ਅੰਦਰ ਨਾ ਮੈਨੂੰ ਬੂਸਟ ਜ਼ਰੂਰ ਮਿਲਦਾ ਰਿਹਾ ਕਿਉਂਕਿ ਮੈਂ ਗਾਣਾ ਕਦੀ ਛੱਡਿਆ ਨਹੀਂ ਅਗਰ ਮੈਨੂੰ ਕਿਸੇ ਨੇ ਕਹਿ ਵੀ ਦਿੱਤਾ ਕਿ ਨਹੀਂ ਇਹ ਨਹੀਂ ਹੋ ਸਕਦਾ ਪਰ ਮੈਂ ਕਦੀ ਛੱਡਿਆ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਅੰਦਰੋਂ ਸ਼ਾਇਦ ਵਿਸ਼ਵਾਸ ਸੀ ਕਿ ਮੈਂ ਕੁਝ ਕਰ ਸਕਦੀ ਹਾਂ ਹੁੰਦਾ ਰੱਬ ਨੇ ਸ਼ਾਇਦ ਜੋ ਲਿਖਿਆ ਹੁੰਦਾ ਨਾ ਉਹਦੇ ਲਈ ਰਸਤੇ ਬਣਾਉਣਾ ਸ਼ੁਰੂ ਹੋ ਜਾਂਦਾ ਸੋ ਫਿਰ ਸਕੂਲ ਪਾਸ ਆਊਟ ਕਰਕੇ ਫਿਰ ਮੈਂ ਗਈ ਜਦ ਕਾਲਜ 'ਚ ਗਈ ਉੱਥੇ ਜਾ ਕੇ ਮੈਨੂੰ ਜ਼ਿਆਦਾ ਬੂਸਟ ਮਿਲਿਆ ਕਿਉਂਕਿ LPU ਤੋਂ ਮੈਂ ਪੜ੍ਹੀ ਹਾਂ ਉੱਥੇ ਡਾਈਵਰਸਿਟੀ ਇੰਨੀ ਜ਼ਿਆਦਾ ਔਰ ਤੁਹਾਡੇ ਨਾ ਮੈਨੂੰ ਲੱਗਦਾ ਹੈ ਤੁਹਾਡੀ ਸਿਰਫ ਔਰ ਸਿਰਫ ਅਕੈਡਮਿਕਲੀ ਹੀ ਨਹੀਂ ਤੁਹਾਡੇ ਕਲਚਰਲੀ ਵੀ ਉਹ ਤੁਹਾਨੂੰ ਮਤਲਬ ਜੇ ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ ਲਾਈਕ ਐਕਟਿੰਗ ਹੋ ਗਈ ਜਾਂ ਫਿਰ ਸਿੰਗਿੰਗ ਬਹੁਤ ਫਰਕ ਪੈਂਦਾ ਹੈ ਮਤਲਬ ਪਰਸਨੈਲਿਟੀ ਬਹੁਤ ਅੱਛੀ ਡਿਵੈਲਪ ਹੁੰਦੀ ਹੈ ਸੋ ਉੱਥੇ ਜਾ ਕੇ ਅਸੀਂ ਬਹਿ ਕੇ ਗੱਲ ਕਰ ਲੈਂਦੇ ਹਾਂ ਆਰਾਮ ਨਾਲ ਕਿਉਂਕਿ ਡਬਿੰਗ ਤੋਂ ਆਈ ਹੈ ਕੁੜੀ ਥਕਾਣਾ ਵੀ ਨਹੀਂ ਹੈ ਬਿਲਕੁਲ ਬੈਠੋ ਜੀ ਤੇ ਉਹ ਤੁਹਾਡੀ ਜਦੋਂ LPU ਤੋਂ ਪਾਸ ਆਊਟ ਹੋਏ ਸੌਫਟਵੇਅਰ ਇੰਜੀਨੀਅਰ ਦੀ ਤੁਸੀਂ ਲੈ ਲਈ ਸਟਰੀਮ ਹੈ ਨਾ ਜੀ ਹੋ ਗਈ ਜੌਬ ਪਹਿਲੀ ਕਿੱਥੇ ਲੱਗੀ ਮੇਰੀ ਜੌਬ ਲੱਗੀ ਕੋਗਨੀਜ਼ੈਂਟ ਕੋਲਕਾਤਾ ਗਈ ਮੈਂ ਉੱਥੇ ਤੇ ਰੱਬ ਦੀ ਦਇਆ ਨਾਲ ਕੋਲਕਾਤਾ ਇੰਨੀ ਵੱਡੀ ਕਲਚਰਲ ਸਿਟੀ ਹੈ ਜਿੱਥੇ ਮਤਲਬ ਹੈ ਨਾ ਮੈਨੂੰ ਲੱਗਦਾ ਸਿੰਗਿੰਗ ਦਾ ਬਹੁਤ ਵੱਡਾ ਹੱਬ ਹੈ ਕੋਲਕਾਤਾ ਉੱਥੇ ਮੈਂ ਹਾਲੇ ਤੱਕ ਕਿਸੇ ਇੰਟਰਵਿਊ 'ਚ ਵੈਸੇ ਦੱਸਿਆ ਨਹੀਂ ਤੇ ਮੈਂ ਉੱਥੇ ਨਾ 2 ਕੰਪੀਟੀਸ਼ਨਸ ਦੇ ਉਹ ਵੀ ਦਿੱਤੇ ਆਡੀਸ਼ਨਸ ਦਿੱਤੇ ਹਾਂਜੀ ਇੱਕ ਦਾ ਸੀ ਸਾਰੇਗਾਮਾ ਦਾ ਸ਼ਾਇਦ ਤੇ ਇੱਕ ਹੋਰ ਸਟਾਰ ਪਲੱਸ ਤੇ ਕੁਝ ਨਵਾਂ ਸ਼ੋਅ ਸਟਾਰਟ ਹੋ ਰਿਹਾ ਸੀ ਉਹਦੇ ਦਿੱਤੇ ਤੇ ਮੈਨੂੰ ਫਿਰ ਉੱਥੇ ਫੀਲ ਹੋਇਆ ਕਿ ਉਹ ਲੰਬੀ ਲਾਈਨਸ ਜੋ ਆਪਾਂ ਦੇਖਦੇ ਸੀ ਨਾ ਤੇ ਉੱਦਾਂ ਹੀ ਹੁੰਦਾ ਸਭ ਕੁਝ ਉੱਥੇ ਮਤਲਬ ਐਵੇਂ ਹੁੰਦਾ ਸੀ ਕਿ 2-3 ਰਾਊਂਡਸ 'ਚ ਜਾ ਕੇ ਮੈਂ ਸਿਲੈਕਟ ਨਹੀਂ ਹੋਈ ਕਿਉਂਕਿ ਸ਼ਾਇਦ ਮੈਂ ਸੱਚੀ ਦੱਸਾਂ ਮੈਂ ਕਦੀ ਤਿਆਰੀ ਵੀ ਨਹੀਂ ਕੀਤੀ ਉਹ ਜਿਹੜੇ ਡਿਜ਼ਰਵਿੰਗ ਲੋਕ ਸੀ ਉਹੀ ਸਿਲੈਕਟ ਹੋਏ ਆਫ ਕੋਰਸ ਜਿਹੜੇ ਮੇਰਾ ਸਿਰਫ ਪੈਸ਼ਨ ਸੀ ਮੈਂ ਫਾਰਮਲੀ ਕਦੀ ਸਿੱਖਿਆ ਵੀ ਨਹੀਂ ਮਿਊਜ਼ਿਕ ਮੈਂ ਨਹੀਂ ਸਿੱਖਿਆ ਕਦੀ ਵੀ ਨਹੀਂ ਸਿੱਖਿਆ ਮੈਂ ਮਤਲਬ ਮੈਂ ਉਹੀ ਦੱਸਿਆ ਕਿ ਮੈਂ ਬਸ ਐਵੇਂ ਹੀ ਗਾਉਂਦੀ ਸੀ ਕਿ ਮੈਂ ਮਤਲਬ ਮੇਰੇ ਮਨ 'ਚ ਵੀ ਇਹ ਖਿਆਲ ਨਹੀਂ ਆਇਆ ਕਿ ਮੈਨੂੰ ਫਾਰਮਲੀ ਵੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਜੇ ਹੁੰਦਾ ਤਾਂ ਸ਼ਾਇਦ ਕੌਨਫੀਡੈਂਸ ਲੈਵਲ ਵਧੀਆ ਸੀ ਤੇ ਜੌਬ ਕਰਦੇ ਇਹ ਜਿਹੜਾ ਰਿਐਲਿਟੀ ਸ਼ੋਅ 'ਤੇ ਜਾ ਕੇ ਆਪਣੇ ਆਪ ਨੂੰ ਆਡੀਸ਼ਨ ਦੇਣਾ ਕਹਿੰਦੇ ਬੰਦੇ ਨੂੰ ਨਾ ਬੜਾ ਇੱਕ ਹੋਰ ਬੂਸਟ ਮਿਲਦਾ ਕਿ ਨਹੀਂ ਕਰਨਾ ਤਾਂ ਹੈ ਹੀ ਹੈ ਹਾਂਜੀ ਚਾਹੀ ਮੈਂ ਸਿਲੈਕਟ ਨਹੀਂ ਹੋਈ ਬਟ ਫਿਰ ਵੀ ਮੈਨੂੰ ਲੱਗਦਾ ਕਿ ਮੈਂ ਉਹ ਦਿਲ 'ਤੇ ਨਹੀਂ ਲੱਗੇਗੀ ਕਿ ਮੈਂ ਕਿਉਂ ਨਹੀਂ ਸਿਲੈਕਟ ਹੋਈ ਆ ਮੈਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਨੂੰ ਨਾ ਇਹ ਚੀਜ਼ ਹੈ ਮੈਂ ਸ਼ਾਇਦ ਇਹ ਮੇਰੇ ਪਾਪਾ ਤੋਂ ਆਈ ਹੈ ਜਾਂ ਪਤਾ ਨਹੀਂ ਕਿ ਮੈਂ ਕਿਸੇ ਚੀਜ਼ 'ਚ ਕਦੀ ਵੀ ਹਾਰ ਨਹੀਂ ਮੰਨਦੀ ਕਿ ਅਗਰ ਮੈਂ ਕਿਤੇ ਨਹੀਂ ਵੀ ਕੁਝ ਹੋ ਪਾ ਰਿਹਾ ਤਾਂ ਵੀ ਮੈਂ ਉਸ ਚੀਜ਼ ਤੋਂ ਕਰਦੀ ਰਹਿੰਦੀ ਈਵਨ ਇਫ ਮੈਂ ਜੇ ਜੌਬ ਵੀ ਕਰ ਰਹੀ ਸੀ ਉਸ 'ਚ ਵੀ ਜਿਵੇਂ ਹੁੰਦਾ ਨਾ ਕਿ ਆਈ ਵਾਜ਼ ਅ ਟੌਪਰ ਮੈਂ ਇੱਦਾਂ ਨਹੀਂ ਕਹਾਂਗੀ ਕਿ ਮੈਂ ਟੌਪ ਨਹੀਂ ਕੀਤਾ ਔਰ ਮੈਂ ਅੱਛੀ ਵੀ ਸੀ ਕੰਪਿਊਟਰ ਸਾਇੰਸ 'ਚ ਮੈਂ ਬਹੁਤ ਅੱਛੀ ਸਟੂਡੈਂਟ ਰਹੀ ਹਾਂ ਤੇ ਉਸ ਦੇ ਦੌਰਾਨ ਵੀ ਜਦ ਮੈਂ ਪਰ ਇੱਕ ਹੁੰਦਾ ਨਾ ਦਿਲ ਖੁਸ਼ ਨਹੀਂ ਰਹਿ ਰਿਹਾ ਸੀ ਕਿਉਂਕਿ ਕੰਮ ਤਾਂ ਕੁਝ ਹੋਰ ਮੈਂ ਸਿੰਗਿੰਗ ਕਰਨਾ ਚਾਹੁੰਦੀ ਹਾਂ ਜਾਂ ਮੇਰਾ ਅਰਜ ਕੁਝ ਹੋਰ ਅੰਦਰ ਦੀ ਨਾ ਸੋਲ ਅਰਜ ਕੁਝ ਹੋਰ ਹੈ ਉਹ ਮੈਂ ਨਹੀਂ ਕਰ ਪਾ ਰਹੀ ਸੀ ਬਟ ਸਟਿਲ ਮੈਂ ਕਦੀ ਹਾਰ ਨਹੀਂ ਮੰਨੀ ਕਿ ਮੈਂ ਉਹ ਫਿਰ ਵੀ ਪ੍ਰੋਗਰਾਮਿੰਗਸ ਪ੍ਰੋਪਰ ਕੀਤੀਆਂ ਐਂਡ ਕਿਉਂਕਿ ਪੇਰੈਂਟਸ ਦਾ ਸੁਪਨਾ ਮੈਂ ਪੂਰਾ ਕਿੰਨਾ ਟਾਈਮ ਰਹੇ ਕੋਲਕਾਤਾ ਤੁਸੀਂ ਮੈਂ ਉੱਥੇ 1.5 ਈਅਰ ਰਹੀ ਹਾਂ ਅੱਛਾ ਜਿਹੜੀ ਸੈਲਰੀ ਮਿਲਦੀ ਸੀ ਕਹਿੰਦੇ ਨਾ ਛੋਟੀ ਸੇਵਿੰਗ ਖਰਚੇ ਪੰਜਾਬੀ ਨੂੰ ਆਦਤ ਹੁੰਦੀ ਹੈ ਖੁੱਲਾ ਖਾਣਾ ਤੇ ਰਹਿਣਾ ਯੈਸ ਮੁਸ਼ਕਿਲ ਆਉਂਦੀ ਹੁੰਦੀ ਮੈਂ ਪਾਪਾ ਤੋਂ ਬਹੁਤ ਝਿੜਕਾਂ ਖਾਧੀਆਂ ਮੈਂ ਕਦੀ ਸੇਵਿੰਗਸ ਨਹੀਂ ਕਰ ਪਾਉਂਦੀ ਸੀ ਪਾਪਾ ਦਾ ਜਦ ਵੀ ਮੰਥ ਐਂਡ ਤੇ ਕਾਲ ਆਉਂਦਾ ਸੀ ਅੱਛਾ ਕਿੰਨਾ ਦੀਪਾ ਕਿੰਨਾ ਹੋ ਗਿਆ ਕਿੰਨੀ ਸੇਵਿੰਗ ਕੀਤੀ ਮੈਂ ਕਿਹਾ ਪਾਪਾ ਕੁਝ ਵੀ ਨਹੀਂ ਹੈ ਉਲਟਾ ਪਾਪਾ ਤੋਂ ਪੈਸੇ ਮੰਗਣਾ ਸੋ ਮੈਂ ਇਸ 'ਚ ਬਹੁਤ ਢਿੱਲੀ ਹਾਂ ਮੈਂ ਸੇਵਿੰਗਸ ਦੇ ਮਾਮਲੇ 'ਚ ਬਹੁਤ ਹੁਣ ਮੈਨੂੰ ਲੱਗਦਾ ਕਿ ਹੁਣ ਥੋੜ੍ਹੀ ਸੇਵਿੰਗ ਕਰਨੀ ਚਾਹੀਦੀ ਹਾਲੇ ਵੀ ਮੈਨੂੰ ਪਾਪਾ ਕਹਿੰਦੇ ਜਦ ਮੈਨੂੰ ਫਸਟ ਮੂਵੀ ਤੋਂ ਮੈਨੂੰ ਜੋ ਵੀ ਪੈਸੇ ਸਾਨੂੰ ਮਿਲੇ ਜੋ ਵੀ ਮਿਲਿਆ ਸਾਨੂੰ ਤੇ ਉਸ 'ਚ ਵੀ ਪਾਪਾ ਨੇ ਕਿਹਾ ਕਿ ਕੁਝ ਸੇਵਿੰਗਸ ਕਰ ਰਹੀ ਹਾਂ ਹਾਲੇ ਵੀ ਮੈਂ ਕੋਈ ATM ਤੁਹਾਡੇ ਕੋਲ ਹੈ ਨਹੀਂ ATM ਮੇਰੇ ਕੋਲ ਹੀ ਹੈ ਠੀਕ ਹੈ ਤੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਕਿ ਜਦੋਂ ਇੱਕ ਹੋਰ ਸਟਰਗਲ ਸ਼ੁਰੂ ਹੋ ਗਈ ਜੌਬ ਤਾਂ ਚਲੋ ਕਰਦੇ ਰਿਸੈਸ਼ਨ ਆ ਗਿਆ ਹੈ ਨਾ ਮੈਨੂੰ ਵੀ ਪਤਾ ਲੱਗਿਆ ਕਿ ਰਿਸੈਸ਼ਨ 'ਚ ਵੀ ਇੱਕ ਮੋੜ ਹੋਰ ਆਇਆ ਤੁਹਾਡੀ ਲਾਈਫ 'ਚ ਬਹੁਤ ਵੱਡਾ ਮੋੜ ਸ਼ਾਇਦ ਉਸੇ ਮੋੜ ਕਰਕੇ ਅੱਜ ਮੈਨੂੰ ਮੋੜ ਮਿਲੀ ਇਹ ਕਹਿ ਸਕਦੇ ਹਾਂ ਉਹ ਉਸ ਟਾਈਮ ਮੈਂ ਕੋਗਨੀਜ਼ੈਂਟ 'ਚ ਜੌਬ ਕਰ ਰਹੀ ਸੀ ਤੇ ਕੁਝ ਮੇਰੀ ਟ੍ਰਾਂਸਫਰ ਹੋਈ ਸੀ ਦਿੱਲੀ ਤੇ ਰਿਸੈਸ਼ਨ ਆਇਆ ਸੀ ਤੇ ਹੁੰਦਾ ਕਿ 2017 ਦੀ ਗੱਲ ਹੈ ਤੇ ਰੈਂਕਿੰਗ ਦੇ ਹਿਸਾਬ ਨਾਲ ਟਰਮੀਨੇਸ਼ਨ ਹੋ ਰਹੀ ਸੀ ਕਿਉਂਕਿ ਮੇਰਾ ਰੈਂਕ ਆਲਰੇਡੀ ਇੰਨੇ ਨੀਚੇ ਇਸ ਲਈ ਆ ਗਿਆ ਕਿਉਂਕਿ ਮੈਂ ਟ੍ਰਾਂਸਫਰ ਲੈ ਲਈ ਸੀ ਇਹ ਕੁਝ ਉੱਥੇ ਨਾ ਨੋਰਮਸ ਹੁੰਦੇ ਆ ਕਿ ਉਸ ਦੇ ਅਕੋਰਡਿੰਗ ਹੀ ਟਰਮੀਨੇਸ਼ਨ ਐਂਡ ਆਲ ਹੁੰਦੀ ਹੈ ਬਟ ਉਸ ਵਕਤ ਵੀ ਮੈਨੂੰ ਚਾਂਸ ਮਿਲ ਰਿਹਾ ਸੀ ਕਿਉਂਕਿ ਹੁੰਦਾ ਨਾ ਕਿ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਮੈਂ ਜਿਵੇਂ ਉੱਥੇ ਕੰਪਨੀ ਵਿੱਚ ਨਾ ਕੁਝ ਸ਼ੋਜ਼ ਵਗੈਰਾ ਵੀ ਕਰਦੀ ਸੀ ਤਾਂ ਮੇਰੇ ਕਨੈਕਸ਼ਨਸ ਅੱਛੇ ਬਿਲਡ ਹੋਏ ਸੀ ਮੈਨੇਜਰ ਨਾਲ ਐਂਡ ਆਲ ਤਾਂ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਨਹੀਂ ਥੋੜ੍ਹਾ ਦਿਨ ਲੈ ਲੈ ਮਹੀਨੇ ਲੈ ਲੈ ਹੋ ਸਕਦਾ ਤੁਹਾਨੂੰ ਇਹ ਜੌਬ ਰਹਿ ਜਾਏ ਬਟ ਫਿਰ ਮੇਰੇ ਮਾਈਂਡ 'ਚ ਇੱਕ ਚੀਜ਼ ਇਹ ਆਈ ਕਿ ਯਾਰ ਕੀ ਪਤਾ ਮੈਨੂੰ ਇਹ ਗੋਡ ਦਾ ਨਾ ਕੋਈ ਇੱਕ ਸਿਗਨਲ ਆ ਰਿਹਾ ਕਿ ਕਿਉਂਕਿ ਮੈਂ ਨਹੀਂ ਕਰਨਾ ਚਾਹੁੰਦੀ ਇਹ ਜੌਬ ਮੈਂ ਖੁਸ਼ ਨਹੀਂ ਹਾਂ ਅਤੇ ਕਿਉਂ ਨਾ ਮੈਂ ਕਿਸੇ ਹੋਰ ਪਾਸੇ ਟਰਾਈ ਕਰਾਂ
ਪਰ ਫਿਰ ਵੀ ਹਿੰਮਤ ਨਹੀਂ ਬਿਲਡ ਹੋਈ ਸੀ, ਕਿਉਂਕਿ ਉਹਨੂੰ ਵੀ ਜਦ ਤੱਕ ਸਾਨੂੰ ਕੁਝ ਅੱਗੇ ਦਿਖਦਾ ਨਹੀਂ ਨਾ, ਆਪਾਂ ਤਾਂ ਤੱਕ ਕੁਝ ਰਿਸਕ ਲੈਂਦੇ ਨਹੀਂ। ਫਿਰ ਵੀ ਮੈਂ ਸੋਚਿਆ ਚਲੋ ਠੀਕ ਹੈ, ਕੋਈ ਨਹੀਂ, ਇਹ ਰਿਸਕ ਲੈ ਲੈਂਦੇ ਆ, ਕਿਉਂਕਿ ਇਹ ਰਿਸਕ ਲੈਣਾ ਬਹੁਤ ਜ਼ਰੂਰੀ ਹੈ। ਜਿੱਥੇ ਸੋਲ ਖੁਸ਼ ਨਹੀਂ ਹੁੰਦੀ, ਮੈਨੂੰ ਲੱਗਦਾ ਉੱਥੇ ਰਿਹਾ ਵੀ ਨਹੀਂ ਜਾ ਸਕਦਾ। ਤੇ ਟਰਮੀਨੇਸ਼ਨ ਫਾਇਦਾ ਕਰ ਗਈ ਇੱਕ ਤਰ੍ਹਾਂ ਤੋਂ। ਬਹੁਤ ਫਾਇਦਾ ਕਰ। ਅੱਛਾ, ਮੈਨੂੰ ਇਹ ਵੀ ਪਤਾ ਲੱਗਿਆ, ਹੁਣ ਖੁਲਾਸੇ ਹੋ ਰਹੇ ਨੇ ਉਹ ਜਿਹੜੇ ਚੰਗੇ ਖੁਲਾਸੇ ਨੇ, ਕਿ ਤੁਸੀਂ ਜਦੋਂ ਇੱਕ ਵੀਡੀਓ ਵੀ ਪਾਇਆ, ਕਿਉਂਕਿ ਸ਼ੌਕ ਸੀਗਾ ਗਾਣ ਦਾ ਨਾ, ਤੁਸੀਂ ਆਪਣਾ ਬੈਂਡ ਉੱਥੇ ਕੋਲਕਾਤਾ ਬਣਾਇਆ ਸੀਗਾ। ਹਾਂਜੀ ਹਾਂਜੀ, ਸਾਡੇ ਮੇਰੇ 2 ਬੈਂਡਸ ਐਕਚੁਅਲੀ ਕੰਪਨੀ 'ਚ ਆਪਾਂ ਬੈਂਡ 'ਚ ਪਰਫਾਰਮ ਕਰਦੇ ਹੁੰਦੇ ਸੀ, ਔਰ ਇੱਕ ਨਾ ਅਲੱਗ ਤੋਂ ਮੇਰੇ ਫਰੈਂਡ ਸੀ, ਉਹ ਗਿਟਾਰ ਵਜਾਉਂਦੇ ਸੀ। ਤੇ ਇੱਦਾਂ ਹੀ ਉਹਨਾਂ ਨਾਲ ਡਿਸਕਸ਼ਨ ਹੋਈ ਕਿ ਇੱਦਾਂ ਕੁਝ ਆਪਾਂ ਨਾ ਕੈਫੇਜ਼ ਗਏ ਤੇ ਉਹਨਾਂ ਨੂੰ ਪੁੱਛਿਆ ਕਿ ਪਰਫਾਰਮ ਕਰਨਾ ਚਾਹੁੰਦੇ ਆਪਾਂ, ਇੱਦਾਂ ਆਪਾਂ ਖੁਦ ਜਾਂਦੇ ਸੀ। ਸੋ ਉਹਨਾਂ ਨੇ ਕਿਹਾ ਯੈਸ ਵੀ ਆਰ ਹਾਇਰਿੰਗ ਫॉर दैट। ਹਾਂਜੀ, ਤੇ ਫਿਰ ਉੱਥੇ ਜਾ ਕੇ ਨੋ ਡਾਊਟ ਸੈਲਰੀ ਕੁਝ ਮਤਲਬ ਪੈਸੇ ਵਗੈਰਾ ਪੇਮੈਂਟ ਕੁਝ ਵੀ ਨਹੀਂ ਸੀ, ਬਟ ਪੇਮੈਂਟ ਲਈ ਆਪਾਂ ਨਹੀਂ ਕਰ ਰਹੇ ਸੀ, ਕਿਉਂਕਿ ਹੁੰਦਾ ਨਾ ਕਿ ਗਾਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿ ਲੋਕ ਸਾਨੂੰ ਦੇਖਣ, ਜਾਂ ਫਿਰ ਹੁੰਦਾ ਨਾ ਉਸ ਵਕਤ ਇੱਦਾਂ ਹੁੰਦਾ ਸੀ ਕਿ ਕੋਈ ਵੀ ਵੀਡੀਓ ਵਾਇਰਲ ਹੋ ਜਾਂਦੀ ਹੈ, ਤੇ ਮੈਨੂੰ ਇਹ ਵੀ ਅੰਦਰੋਂ ਸੀ ਕਿ ਯਾਰ ਕੁਝ ਐਸਾ ਕੋਈ ਬਣਾ ਦੇ ਕਿ ਪਤਾ ਕੋਈ ਵੀਡੀਓ ਕੋਈ ਵਾਇਰਲ ਹੋ ਜੇ। ਸੋ ਬੈਕ ਆਫ ਦਾ ਮਾਈਂਡ ਸਭ ਕੁਝ ਚੱਲ ਰਿਹਾ ਸੀ, ਤੇ ਫਿਰ ਆਪਾਂ ਇੱਕ ਕੈਫੇ ਹੈ ਉੱਥੇ ਕੋਲਕਾਤਾ ਵਿੱਚ, ਟਰਮੀਨਲ 11, ਉੱਥੇ ਮੈਂ ਆਪਣਾ ਫਰਸਟ ਸ਼ੋਅ ਪਰਫਾਰਮ ਕੀਤਾ। ਗਿਟਾਰ 'ਤੇ ਅਨਪਲੱਗਡ ਹੁੰਦਾ ਸੀ ਉਹ, ਤੇ ਉਹ ਵੀ ਪਾਪਾ ਮੰਮਾ ਨੂੰ ਨਹੀਂ ਪਤਾ ਸੀ, ਕਿਉਂਕਿ ਜਦ ਉਹਨਾਂ ਨੂੰ ਕਈ ਗੱਲਾਂ ਪਤਾ ਨਹੀਂ ਪਤਾ ਸੀ। ਉਹ ਹੁੰਦੀ ਸੀ ਸਾਡੀ ਪਰਫਾਰਮੈਂਸ ਵੈਨਸਡੇ ਜਾਂ ਫਿਰ ਸੈਟਰਡੇ, ਮੈਨੂੰ ਹੁਣ ਦਿਨ ਯਾਦ ਨਹੀਂ ਹੈ, ਬਟ ਰਾਤੀ ਜਿਵੇਂ ਪਰਫਾਰਮੈਂਸ ਹੁੰਦੀ ਸੀ 10 ਵਜੇ ਜਾਂ 10 ਜਾਂ 11 ਵਜੇ, ਇੰਨੇ ਵਜੇ ਸਟਾਰਟ ਹੁੰਦੀ ਸੀ, ਕਿਉਂਕਿ ਕੈਫੇਜ਼ ਜਨਰਲੀ ਲੇਟ ਨਾਈਟ ਐਸੇ ਸ਼ੋਜ਼ ਹੁੰਦੇ, ਜਾਂ 9 ਵਜੇ ਸ਼ਾਇਦ। ਤੇ ਪਾਪਾ ਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਪਰਫਾਰਮ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੈਂ ਸਿੰਗਿੰਗ 'ਚ ਕੁਝ ਕਰ ਵੀ ਰਹੀ ਹਾਂ, ਕਿਉਂਕਿ ਉਹਨਾਂ ਨੂੰ ਪੇਜ ਬਾਰੇ ਵੀ ਕੁਝ ਨਹੀਂ ਪਤਾ ਸੀ, ਮੇਰੇ ਫੇਸਬੁੱਕ ਪੇਜ। ਤੇ ਉੱਥੇ ਜਦ ਮੈਂ ਪਰਫਾਰਮ ਕਰਦੀ ਸੀ, ਤੇ ਵਿੱਚ ਨਾ ਪਾਪਾ ਦਾ ਸਾਡੇ ਨਾ ਘਰ 'ਚ ਇੱਕ ਉਹ ਹੈ, ਲਾਈਕ ਇਟਸ ਅ ਰੂਲ ਕਿ ਰਾਤੀ ਹਰ ਬੱਚਾ ਮਾਂ ਪਾਪਾ ਨੂੰ ਕਾਲ ਕਰਕੇ ਹੀ ਸੋਏਗਾ ਕਿ ਆਪਾਂ ਘਰੇ ਹਾਂ, ਆਪਾਂ ਪਹੁੰਚ ਗਏ ਹਾਂ। ਪਰ ਉਹਨਾਂ ਵਿੱਚੋਂ ਇੱਕ ਬੱਚਾ ਉਸ ਟਾਈਮ, ਤੁਸੀਂ 3 ਭਾਈ ਭਰਾ ਨਾ, ਤੇ ਇੱਕ ਬੱਚਾ ਕੋਲਕਾਤਾ 'ਚ ਪਰਫਾਰਮ ਕਰਦਾ ਸੀ, ਆਪਣੇ ਪੈਸ਼ਨ ਨੂੰ ਜਿੰਦਾ ਰੱਖ ਰਿਹਾ ਸੀ। ਹਾਂਜੀ ਹਾਂਜੀ, ਤੇ ਬਸ ਉਹੀ ਜਦ ਮਾਂ ਪਾਪਾ ਨੂੰ ਕਾਲ 9:30 ਜਾ ਕੇ ਮੈਂ ਵਾਸ਼ਰੂਮ ਗਈ, ਐਂਡ ਮੈਂ ਜਦ ਵੀ ਮਤਲਬ ਹੁੰਦਾ ਸੀ ਤੇ ਵਾਸ਼ਰੂਮ ਜਾ ਕੇ ਮੰਮਾ ਨੂੰ ਕਾਲ ਕਰਦੀ ਹੁੰਦੀ ਸੀ, ਮੰਮਾ ਦੀ ਤਬੀਅਤ ਬਹੁਤ ਖਰਾਬ ਹੈ, ਮੈਂ ਚਲੋ ਸੌਣ ਲੱਗੀ ਹਾਂ। ਤੇ ਪਤਾ ਨਹੀਂ ਉਹਨਾਂ ਨੇ ਕਦੀ ਇਹ ਵੀ ਨਹੀਂ ਕਿਹਾ ਕਿ ਵੀਡੀਓ ਕਾਲ, ਕਿਉਂਕਿ ਮੇਰੇ ਮਾਂ ਪਾਪਾ ਇੱਦਾਂ ਦੇ ਹੈ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਸ਼ੱਕ ਹੋਇਆ ਨਾ, ਕਹਿੰਦੇ ਚਲ ਵੀਡੀਓ ਕਾਲ ਲਾ। ਸੋ ਉਸ ਟਾਈਮ ਮੇਰਾ ਥੋੜਾ ਬਚਾਵ ਰਿਹਾ ਕਿ ਉਹਨਾਂ ਨੇ ਵੀਡੀਓ ਕਾਲ ਲਈ ਵੀ। ਇੱਕ ਹੋਰ ਇਹਦੇ ਵਿੱਚ ਖੁਲਾਸਾ ਹੈ ਜਿਹੜਾ ਸਾਨੂੰ ਪਤਾ ਲੱਗਿਆ ਕਿ ਤੁਸੀਂ ਚੁੱਪਚਾਪ ਡਬਿੰਗ ਕਰਨ ਵੀ ਆਉਂਦੇ ਰਹੇ ਹੋ, ਹੈ ਫਲਾਈਟ ਫੜ ਕੇ। ਹਾਂਜੀ ਹਾਂਜੀ, ਉਹ ਕੀ ਹੈ, ਉਹ ਜ਼ਰੂਰ ਦੱਸੋ, ਇਹ ਗੌਰ ਨਾਲ ਸੁਣਿਓ ਜੀ। ਸੋ ਉਹ ਵੀ ਸੀ ਜੀ ਮੇਰੇ ਨਾ ਸਭ ਤੋਂ ਪਹਿਲੇ ਮੈਨੇਜਰ ਹਨੀ ਸਰਾ, ਉਹਨਾਂ ਨਾਲ ਮੈਂ ਸਾਈਨ ਸੀ, ਤੇ ਉਹ ਮੇਰੀ ਡਬਿੰਗਸ ਰਖਵਾਉਂਦੇ ਸੀ ਚੰਡੀਗੜ੍ਹ। ਤੇ ਚੰਡੀਗੜ੍ਹ ਔਰ ਕੋਲਕਾਤਾ ਦੀ ਫਲਾਈਟ, ਮਤਲਬ ਐਵੇਂ ਟ੍ਰੇਨ 'ਤੇ ਆਉਣਾ ਤਾਂ ਇਟਸ ਨਾਟ ਪੋਸੀਬਲ, ਕਿਉਂਕਿ ਇੰਨੀ ਵੱਡੀ ਜਰਨੀ ਹੈ। ਤੇ ਉਹ ਮੇਰੀ ਫਲਾਈਟਸ ਬੁੱਕ ਕਰਵਾਉਂਦੇ ਸੀ, ਤੇ ਜਿਵੇਂ ਵੀਕਐਂਡਸ 'ਤੇ ਹੋ ਗਿਆ ਨਾ, ਮੈਂ ਫਲਾਈਟ ਲੈਂਦੀ ਸੀ, ਐਂਡ ਮੰਮਾ ਪਾਪਾ ਨੂੰ ਕੁਝ ਨਹੀਂ ਪਤਾ। ਮੈਨੂੰ ਯਾਦ ਹੈ ਇੱਕ ਇਨਸੀਡੈਂਟ, ਮੈਨੂੰ ਯਾਦ ਹੈ, ਮੈਂ ਨਾ ਜਾਣ ਦੀ ਫਲਾਈਟ ਤਾਂ ਚੰਡੀਗੜ੍ਹ ਮੈਂ ਡਬਿੰਗ ਕਰਤੀ ਪ੍ਰੋਪਰ ਜੋ ਵੀ ਹੈ, ਪਰ ਮੇਰੀ ਫਲਾਈਟ ਡਿਲੇ ਹੋ ਗਈ, ਐਂਡ ਮੈਂ ਮੰਡੇ ਜੌਬ ਵੀ ਕਰਨੀ ਹੈ, ਐਂਡ ਸੰਡੇ ਮੇਰੀ ਕੁਝ ਇੱਦਾਂ ਸੀ ਕਿ ਈਵਨਿੰਗ 'ਚ ਫਲਾਈਟ 4-5 ਘੰਟੇ ਡਿਲੇ ਹੋ ਗਈ, ਐਂਡ ਉਹੀ ਮੰਮਾ ਪਾਪਾ ਨੂੰ ਕਾਲ ਕਰਨਾ ਕਿ ਮੈਂ ਘਰੇ ਹਾਂ ਇੱਦਾਂ, ਕਿਉਂਕਿ ਉਸ ਦੌਰਾਨ ਫੋਨ ਆਫ ਵੀ ਹੋਏਗਾ ਕਿਉਂਕਿ ਫਲਾਈਟ 'ਚ ਜਾਵਾਂਗੇ ਹੈ ਨਾ। ਸੋ ਉਸ ਦੇ ਦੌਰਾਨ ਮੈਨੂੰ ਸਭ ਕੁਝ ਪਲੈਨਿੰਗ ਕਰਨੀ ਪਈ ਕਿ ਅੱਛਾ ਮੰਮਾ ਪਾਪਾ ਨੂੰ ਇੱਦਾਂ ਬੋਲਣਾ ਹੈ। ਸੋ ਉਹ ਫਲਾਈਟਸ ਦਾ ਹਾਲੇ ਤੱਕ ਮੇਰੇ ਮੰਮਾ ਪਾਪਾ ਨੂੰ ਮੈਨੂੰ ਲੱਗਦਾ ਹਾਲੇ ਪਤਾ ਵੀ ਨਹੀਂ ਹੈ, ਸਿਰਫ ਸਿਸਟਰ ਨੂੰ ਪਤਾ ਹੈ। ਸੋ ਮੈਨੂੰ ਕਈ ਵਾਰ ਡਾਂਟ ਵੀ ਦਿੰਦੀ ਸੀ, ਕਿ ਮਤਲਬ ਹੁਣ ਡਾਂਟ ਦਿੰਦੀ ਹੈ ਕਿ ਜੇ ਤੈਨੂੰ ਉਸ ਵਕਤ ਕੁਝ ਹੋ ਜਾਂਦਾ, ਕੁਝ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਵੀ। ਬਟ ਮੈਨੂੰ ਲੱਗਦਾ ਕਿ ਜਦ ਅਸੀਂ ਕਿਸੇ ਗੋਲ ਦੇ ਪਿੱਛੇ ਭੱਜਦੇ ਹਾਂ ਨਾ, ਤਾਂ ਗੋਲ ਸਾਡਾ ਮੈਗਨੇਟ ਬਣ ਚੁੱਕਿਆ ਹੁੰਦਾ, ਔਰ ਉਹ ਸਾਨੂੰ ਬਹੁਤ ਤੇਜ਼ੀ ਨਾਲ ਆਪਣੀ ਤਰਫ ਖਿੱਚਦਾ। ਸਾਨੂੰ ਨਹੀਂ ਫੀਲ ਹੋ ਰਿਹਾ ਹੁੰਦਾ, ਬਟ ਚੀਜ਼ਾਂ ਉਸੇ ਅਕੋਰਡਿੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਨੂੰ ਹੁਣ ਇਹ ਫੀਲ ਹੁੰਦਾ ਹੈ। ਅੱਛਾ, ਜਦੋਂ ਰਿਸੈਸ਼ਨ ਆਇਆ, ਟਰਮੀਨੇਟ ਵਾਲੀ ਗੱਲ ਵਿੱਚ ਰਹਿ ਗਈ, ਟਰਮੀਨੇਸ਼ਨ ਹੋ ਗਈ, ਜੌਬ ਚਲੀ ਗਈ, ਕਿੰਨੇ ਮਹੀਨੇ ਤੁਸੀਂ ਜੌਬਲੈਸ ਰਹੇ ਹੋ? ਮੈਂ 1.5-2 ਮਹੀਨਾ ਜੌਬਲੈਸ ਰਹੀ ਹਾਂ। ਉਸ ਦੌਰਾਨ ਨਾ ਹੁੰਦਾ ਸਾਡੇ PFs ਹੁੰਦੇ ਆ ਕੁਝ ਜੋ ਕੰਪਨੀ 'ਚ ਹੁੰਦੇ ਆ, ਉਹ ਮਾਂ ਪਾਪਾ ਨੂੰ ਕੁਝ ਨਹੀਂ ਪਤਾ ਕਿੱਥੇ ਗਏ ਵੈਸੇ ਉਹ, ਕਿਉਂਕਿ ਮੈਂ ਯੂਜ਼ ਕਰ ਰਹੀ ਸੀ ਉਹ 2 ਮਹੀਨੇ ਮੇਰਾ ਰਹਿਣਾ ਦਿੱਲੀ। ਮੈਨੂੰ ਇਹ ਪਤਾ ਸੀ ਕਿ ਅਗਰ ਮੈਂ ਕਪੂਰਥਲਾ ਚਲੀ ਗਈ ਨਾ, ਤੇ ਮੈਂ ਆਪਣੇ ਸੁਪਨਿਆਂ 'ਤੇ ਕੰਮ ਨਹੀਂ ਕਰ ਪਾਵਾਂਗੀ। ਸੋ ਦੈਟਸ ਵਾਈ ਮੈਂ ਦਿੱਲੀ ਰਹਿਣਾ ਹੀ ਆਪਣੇ ਆਪ ਲਈ ਸੋਚਿਆ ਕਿ ਨਹੀਂ, ਮੈਂ ਉਹਨਾਂ ਨੂੰ ਵੀ ਨਹੀਂ ਦੱਸਣਾ ਕਿ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਕਿ ਹੁਣ ਵੀ ਮੈਂ ਪ੍ਰੋਪਰ ਗੱਲ ਨਹੀਂ ਕੀਤੀ ਹੈ ਕਿ ਮੇਰੀ ਜੌਬ ਕਿੱਦਾਂ ਗਈ ਸੀ। ਉਹਨਾਂ ਦੀ ਅਕੋਰਡਿੰਗ ਕੁਝ ਹੋਰ ਸਟੋਰੀ ਹੈ। ਸੋ ਬੜੇ ਖੁਲਾਸੇ ਹੋ ਰਹੇ ਨੇ ਅੱਜ। ਅੱਛਾ, ਜਦੋਂ ਨਾਇਕਰਾ ਨਾਲ ਬੈਠੀ ਹੈ, ਜੋ ਸਿੰਗਰ ਨਾਲ ਬੈਠੇ ਹੋਣ ਨਾ, ਤਾਂ ਨੈਚੁਰਲੀ ਉਮੀਦ ਜ਼ਰੂਰ ਕਰਦੇ ਹਾਂ ਕਿ ਲਾਈਨਸ ਜ਼ਰੂਰ ਸੁਣਾਓ। ਔਰ ਇੱਕ ਦੋ ਹੋਰ ਮੈਂ ਵੀ ਕਹਾਂਗਾ ਕਿ ਉਹ ਲਾਈਨਾਂ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ। ਅੱਛਾ, ਮੈਂ ਨਾ ਪਾਗਲ ਸੌਂਗ ਦਾ ਹੀ ਸੁਣਾਉਂਦੀ ਲਾਈਨਸ, ਜਿਹੜਾ ਮੈਂ ਸਭ ਤੋਂ ਪਹਿਲਾਂ ਕਵਰ ਸੀ, ਉਹ ਮੇਰੇ ਦਿਲ ਦੇ ਕਰੀਬ ਹੈ, ਕਿਉਂਕਿ ਉਹ ਇਸ ਤਰ੍ਹਾਂ ਹੋਇਆ ਕਿ ਆਪਾਂ ਬਣਾਇਆ ਜਦ ਕਵਰ, ਤਾਂ ਉਸ ਰਾਤ ਮੈਂ ਮਤਲਬ ਜਿਵੇਂ ਸੁੱਤੀ, ਤੇ ਅਗਲੇ ਸਵੇਰ ਮੈਨੂੰ ਪਤਾ ਲੱਗਾ ਕਿ ਦਿਲਜੀਤ ਸਰ ਨੇ ਆਪਣੀ ਪ੍ਰੋਫਾਈਲ 'ਤੇ ਸ਼ੇਅਰ ਕਰਤਾ ਹੈ। ਸੋ ਉਹ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਇੱਕ ਬਹੁਤ ਵੱਡਾ ਇੱਕ ਹਾਂਜੀ ਸਰਪ੍ਰਾਈਜ਼ ਸੀ। ਕਵਰ ਬਣਾਇਆ ਤੇ ਉਹ ਦਿਲਜੀਤ ਦੋਸਾਂਝ ਨੇ ਆਪਣੇ
ਪ੍ਰੋਫਾਈਲ ਤੇ ਸ਼ੇਅਰ ਕਰਤਾ, ਹਾਂਜੀ। ਸਵੇਰੇ ਉੱਠੇ ਤੁਹਾਨੂੰ ਲੱਗਿਆ ਕਿ ਇਹ ਕੀ ਹੋ ਗਿਆ? ਇਟਸ ਅ ਸਰਪ੍ਰਾਈਜ਼। ਹਾਂ, ਇਟ ਵੈਂਟ ਲਾਈਕ ਮੈਂ, ਕਿਉਂਕਿ ਹੁੰਦਾ ਨਾ ਕਿ ਇੱਕਦਮ ਸ਼ੌਕ ਸੀ ਕਿ ਇਹ ਕਿੱਦਾਂ ਹੋਇਆ, ਕਿਉਂਕਿ ਮੈਨੂੰ ਲੱਗਿਆ ਕਿ ਕਿਸੇ ਕੋਲ ਹੈ ਹੀ ਨਹੀਂ ਹਲੇ ਉਹ ਕਾਪੀ ਸਾਡੇ ਕੋਲ ਹੀ ਪਈ ਸੀ ਜਾਂ ਸਪੀਡ ਰੈਕਰਡਸ ਕੋਲ ਪਈ ਸੀ, ਕਿਉਂਕਿ ਸਪੀਡ ਰੈਕਰਡਸ ਦੇ ਚੈਨਲ ਦੇ ਥਰੂ ਆਇਆ ਸੀ। ਸੋ ਉਹਦੀਆਂ ਕੁਝ ਲਾਈਨਸ। ਟੁੱਟ ਚੁੱਕੀ ਮੈਂ ਨਾਲੇ ਟੁੱਟ ਚੁੱਕੀ ਯਾਰੀ, ਫਿਰ ਵੀ ਲਾਈਨ ਨਹੀਂ ਯਾਦ ਆ ਰਹੀ ਮੈਨੂੰ, ਯਾਦ ਨਹੀਂ ਆ ਰਿਹਾ, ਦੁਬਾਰਾ ਕਰਨੇ। ਹੋਰ ਕੋਈ ਯਾਦ ਲੱਗਦਾ ਤੁਹਾਨੂੰ? ਦਿਲਜੀਤ ਸਰ ਦਾ ਹੀ ਕੋਈ ਹਾਂਜੀ। ਸੌਂਗ। ਦਿਲ ਦੀਆਂ ਦਿਲ ਵਿੱਚ ਸਭੇ ਦੱਬ ਲੈਨੇ ਆ, ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿੰਦੇ ਆ, ਨੈਣਾ ਨੂੰ ਲੋੜ ਤੇਰੀ ਦੀਦ ਦੀ, ਦੂਰ ਵੀ ਰਹਿਣਾ ਨਹੀਂ ਆਉਂਦਾ, ਦਿਲੋਂ ਤੇਰੇ ਨਾਲ ਕਿੰਨਾ ਪਿਆਰ ਏ, ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ, ਦਿਲੋਂ ਤੇਰੇ ਨਾਲ ਕਿੰਨਾ ਪਿਆਰ ਏ, ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ। ਕੀ ਬਾਤ ਹੈ ਜੀ, ਬਹੁਤ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ। ਥੈਂਕ ਯੂ ਸੋ ਮਚ। ਤੇ ਜੌਬਲੈਸ ਰਹੇ, ਫਿਰ ਕਿੱਦਾਂ ਆਣਾ ਹੋਇਆ ਜਾਂ ਉਮੇਸ਼ ਭਾਜੀ ਨਾਲ ਕਿੱਦਾਂ ਤੁਹਾਡਾ ਸਬਬ ਬਣਿਆ? ਜਿਵੇਂ ਉਹ 2 ਮਹੀਨੇ ਦਾ ਟਾਈਮ ਸੀ ਨਾ, ਉਸ ਵਕਤ ਮੈਂ ਜੌਬ ਢੂੰਡ ਰਹੀ ਸੀ। ਇੱਦਾਂ ਨਹੀਂ ਹੈ ਕਿ ਮੈਂ ਇਹੀ ਸੋਚ ਰਿਹਾ ਸੀ ਕਿ ਮੈਂ ਹੁਣ ਸਿੰਗਿੰਗ ਹੀ ਕਰਨਾ, ਕਿਉਂਕਿ ਪੈਸੇ ਕਮਾਉਣੇ ਜ਼ਰੂਰੀ ਹੈ ਜੇ ਆਪਾਂ ਪੈਸ਼ਨ ਨੂੰ ਵੀ ਫੋਲੋ ਕਰਨਾ ਚਾਹੁੰਦੇ, ਕਿਉਂਕਿ ਬਿਨਾਂ ਪੈਸੇ ਤੋਂ ਤਾਂ ਮੈਨੂੰ ਲੱਗਦਾ ਕੁਝ ਵੀ ਪੋਸੀਬਲ ਨਹੀਂ ਹੈ। ਸੋ ਮੈਂ ਜੌਬ ਢੂੰਡ ਰਹੀ ਸੀ ਪਰ ਮੇਰੀ ਕਿਤੇ ਵੀ ਸਿਲੈਕਸ਼ਨ ਨਹੀਂ ਹੋ ਰਹੀ ਸੀ, ਆਈ ਡੋਂਟ ਨੋ ਵਾਈ। ਤਾਂ ਮੈंने ਇੱਕ ਹੁੰਦਾ ਨਾ ਕਿ ਅੰਦਰੋਂ ਅੰਦਰੋਂ ਇਹ ਵੀ ਹੋ ਰਿਹਾ ਸੀ ਕਿ ਯਾਰ ਤੂੰ ਕਿਉਂ ਨਹੀਂ ਸਿਲੈਕਟ ਹੋ ਪਾ ਰਹੀ, ਕਿ ਮਤਲਬ ਹੁੰਦਾ ਨਾ ਟੌਪ ਕੀਤਾ ਹੋਏ ਜਾਂ ਅੱਛੀ ਕੰਪਨੀ 'ਚ ਜੌਬ ਕੀਤੀ ਹੋਏ, ਐਂਡ ਵਾਈ ਆਰ ਨੋਟ ਗੈਟਿੰਗ ਸਿਲੈਕਟਡ। ਸੋ ਮੇਰੇ ਮਨ 'ਚ ਬਹੁਤ ਡਾਊਟ ਆ ਰਿਹਾ ਸੀ। ਐਂਡ ਮੀਨਵੈਲ ਮੈਂ ਹਨੀ ਸਰ ਜਿਹੜੇ ਮੇਰੇ ਪਹਿਲੇ ਮੈਨੇਜਰ ਸੀ ਉਹਨਾਂ ਨਾਲ ਡਿਸਕਸ਼ਨ ਕਰ ਰਹੀ ਸੀ। ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਤੂੰ ਸਿੰਗਿੰਗ ਹੀ ਫੋਲੋ ਕਰਨੀ ਹੈ ਦੈਨ ਵਾਈ ਯੂ ਆਰ ਸਰਚਿੰਗ ਫॉर ਜੌਬ, ਤੇ ਆਪਾਂ ਕੁਝ ਇਦਾਂ ਦਾ ਪਲਾਨ ਆਊਟ ਕਰਦੇ ਹਾਂ ਕਿ ਆਪਾਂ ਪ੍ਰੋਪਰ ਹੁਣ ਇਹਨੂੰ ਹੀ ਕਰੀਅਰ ਬਣਾਉਂਦੇ ਹਾਂ। ਫਿਰ ਉਹਨਾਂ ਨੇ, 2018 ਦੀ ਗੱਲ ਹੈ, ਇਹ 2017 ਦੀ ਹੀ ਗੱਲ ਹੈ। ਅੱਛਾ, ਉਸੇ ਦੌਰਾਨ। ਹਾਂਜੀ। ਤੇ ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਿੰਜਾ ਸਰ ਉਹਨਾਂ ਦੇ ਦੋਸਤ ਰਹੇ ਹੈ, ਤੇ ਉਹਨਾਂ ਦੇ ਮੈਨੇਜਰ ਸੀ ਉਮੇਸ਼ ਕਰਮਾ ਵਾਲਾ ਜੀ। ਤੇ ਉਹਨਾਂ ਨੇ ਕਿਹਾ ਕਿ ਮੈਂ ਨਿੰਜਾ ਜੀ ਨੂੰ ਇੱਦਾਂ ਕਹਿ ਕੇ ਉਮੇਸ਼ ਸਰ ਨੂੰ ਮੇਰੀ ਵੋਕਲ ਸੁਣਾ ਦਾਂਗੇ ਤੇ ਹੋ ਸਕਦਾ ਕੁਝ ਗੱਲ ਹੀ ਬਣ ਜਾਏ, ਕਿਉਂਕਿ ਉਸ ਵਕਤ ਨਾ ਕੰਪਨੀਜ਼ ਫੀਮੇਲ ਆਰਟਿਸਟ ਵੀ ਸਾਈਨ ਕਰਨੀਆਂ ਬਹੁਤ ਸ਼ੁਰੂ ਹੋ ਗਈਆਂ ਸੀ। ਤੇ ਫਿਰ ਉਹਨਾਂ ਨੇ ਮੇਰੀ ਜੋ ਵੀ ਇਹ ਗਾਣੇ ਵਗੈਰਾ ਭੇਜੇ, ਤੇ ਹਨੀ ਸਰਾਂ ਨੂੰ ਉਮੇਸ਼ ਸਰ ਦਾ ਕਾਲ ਆਇਆ ਕਿ ਸਾਨੂੰ ਥੋੜ੍ਹਾ ਠੀਕ ਲੱਗ ਰਹੀ ਹੈ ਵੋਕਲ, ਜੇ ਹੋ ਸਕਦਾ ਤਾਂ ਤੁਸੀਂ ਹਾਂ ਠੀਕ ਹੈ ਭੇਜ ਦਿਓ, ਆਪਾਂ ਦੇਖ ਲੈਂਦੇ ਹਾਂ ਸਾਈਨ ਕਰਕੇ, ਕਿਉਂਕਿ ਸਾਡੇ ਕੋਲ ਮੇਲ ਆਰਟਿਸਟ ਨੇ ਹਲੇ ਸਾਰੇ। ਤੇ ਫਿਰ ਉਹਨਾਂ ਦੀ ਮਤਲਬ ਹਨੀ ਸਰਾਂ ਨੇ ਹੀ ਸਭ ਕੁਝ ਮੇਰੀ ਚੰਡੀਗੜ੍ਹ ਮੈਂ ਆਈ, ਉਹਨਾਂ ਦੀ ਟਿਕਟਸ ਵਗੈਰਾ ਦਿੱਲੀ ਤੋਂ ਟਿਕਟਸ ਕਰਵਾਈਆਂ, ਐਂਡ ਉੱਥੇ ਜਾ ਕੇ ਜੋ ਵੀ ਹੈ ਮੀਟਿੰਗ ਹੋਈ ਮੇਰੀ ਉਮੇਸ਼ ਕਰਮਾ ਵਾਲਾ ਜੀ ਨਾਲ। ਤੇ ਉੱਥੇ ਜਾ ਕੇ ਸਰ ਨੇ ਮੇਰੇ ਤੋਂ ਇੰਨੇ ਗਾਣੇ ਸੁਣੇ, ਮੈਨੂੰ ਲੱਗ ਰਿਹਾ 10 ਤੋਂ ਲੈ ਕੇ 20 ਸੌਂਗ ਮੈਂ ਕੰਟੀਨਿਊਸਲੀ ਸਰ ਨੂੰ ਗਾਣੇ ਸੁਣਾਉਂਦੀ ਰਹੀ। ਹਾਂਜੀ। ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਐਕਚੁਅਲੀ ਨਾ ਜਦ ਸਰ ਦੀ ਮੈਨੂੰ ਫੋਟੋ ਵੀ ਦਿਖਾਈ ਸੀ ਨਾ ਹਨੀ ਸਰਾਂ ਨੇ, ਤੇ ਮੈਨੂੰ ਬਹੁਤ ਖੜੂਸ ਲੱਗੇ ਸੀ। ਮੈਨੂੰ ਕੀ ਲੱਗੇ, ਸੁਣ ਰਹੇ ਹੋ ਭਾਈ? ਮੈਨੂੰ ਸੱਚੀ ਮੈਂ ਤਾਂ ਹਨੀ ਸਰ ਨੂੰ ਪਹਿਲੀ ਗੱਲ ਮੈਂ ਕਿਹਾ ਯਾਰ ਇਹ ਤਾਂ ਬਹੁਤ ਗੁੱਸੇ ਵਾਲੇ ਲੱਗ ਰਹੇ ਆ, ਮੈਂ ਬਹੁਤ ਨਾ ਸੈਂਸਿਟਿਵ ਹਾਂ, ਅਤੇ ਮੈਨੂੰ ਕੋਈ ਝਿੜਕ ਵੀ ਦੇਣਾ ਮੈਂ ਰੋ ਪੈਂਦੀ ਹਾਂ। ਮੈਂ ਕਿਹਾ ਅਗਰ ਇੱਦਾਂ ਦਾ ਕੁਛ ਹੈ ਤਾਂ ਪਲੀਜ਼ ਦੇਖ ਲਓ। ਕਹਿੰਦੇ ਨਹੀਂ ਉਹ ਦਿਲ ਦੇ ਬਹੁਤ ਚੰਗੇ ਆ, ਉਹ ਬਸ ਦੇਖਣ 'ਚ ਉਹਨਾਂ ਦਾ ਇੱਕ ਉਹ ਲੱਗਦਾ ਕਿ ਅੜਬ ਹੈ, ਬਟ ਹੈ ਨਹੀਂ ਉੱਦਾਂ ਦੇ। ਅਤੇ ਮੈਂ ਗਈ, ਐਂਡ ਜਿਵੇਂ ਮੈਂ ਐਂਟਰ ਹੋਈ ਤਾਂ ਵੀ ਮੈਨੂੰ ਇੱਕਦਮ ਐਵੇਂ ਲੱਗਾ ਕਿ ਨਹੀਂ ਹੁੰਦਾ ਨਾ ਕਿ ਇੱਕ ਡਿਸਿਪਲਿਨ ਇੱਕ ਬੱਚਾ ਹੁੰਦਾ ਕਿ ਸਾਹਮਣੇ ਜਿਹੜੇ ਬੈਠੇ ਹੈ। ਫਿਰ ਉਹਨਾਂ ਨੂੰ ਮੈਂ ਜਦ ਸੌਂਗ ਸੁਣਾਏ, ਉਹਨਾਂ ਦੀ ਮੂਵੀ ਰਿਲੀਜ਼ ਹੋ ਰਹੀ ਸੀ ਚੰਨਾ ਮੇਰਿਆ, ਅਤੇ ਉਹਦਾ ਇੱਕ ਗਾਣਾ ਸੀ ਹਵਾ ਦੇ ਵਰਕੇ, ਹੈ ਨਾ, ਉਹ ਗਾਣਾ ਉਹਨਾਂ ਨੇ ਵੀ ਮੇਰੇ ਤੋਂ ਸੁਣਿਆ। ਫਿਰ ਉਹ ਨਾ ਸਾਡੇ ਨਾਲ ਹੀ ਸਾਈਨ ਸੀ ਨਿਰਮਾਣ, ਗੋਲਡ ਬॉय ਜਿਹਨੇ ਸਾਰੀ ਟੀਮ, ਅਤੇ ਇੱਕ ਜੋ ਵੀ ਬੰਦਾ ਆਉਂਦਾ ਸੀ ਗੋਲਡ ਬॉय ਐਂਟਰ ਆ ਰਿਹਾ, ਸਰ ਕਹਿੰਦੇ ਚੱਲ ਹਵਾ ਦੇ ਵਰਕੇ ਸੁਣਾਏਗੀ। ਫਿਰ ਨਿਰਮਾਣ ਐਂਟਰ ਹੋ ਰਿਹਾ, ਕਹਿੰਦੇ ਹਵਾ ਦੇ ਵਰਕੇ ਸੁਣ। ਤਾਂ ਮੈਨੂੰ ਲੱਗ ਰਿਹਾ ਉਸ ਵਕਤ 5 ਵਾਰ ਹਵਾ ਦੇ ਵਰਕੇ ਉੱਥੇ ਸੁਣਾਇਆ। ਅਤੇ ਸਾਡੀ ਡਿਸਕਸ਼ਨ ਹੋਈ, ਫਿਰ ਸਰ ਨੇ ਮੈਨੂੰ ਦੱਸਿਆ ਕਿ ਇੱਦਾਂ ਹੁੰਦਾ ਹੈ ਕਿ ਤੁਹਾਨੂੰ ਜੌਬ ਛੱਡਣੀ ਪਏਗੀ, ਜਾਂ ਸਾਡਾ ਕੰਟਰੈਕਟ ਬਹੁਤ ਵੱਡਾ ਹੁੰਦਾ ਹੈ, ਪੇਸ਼ੈਂਸ ਚਾਹੀਦੀ ਹੈ, ਸੋ ਤੁਸੀਂ ਸੋਚ ਲਓ ਕਿ ਤੁਸੀਂ ਕਰਨਾ ਚਾਹੁੰਦੇ ਹੋ ਕਿ ਨਹੀਂ, ਐਂਡ ਯੂ ਜਸਟ ਟੇਕ ਟਾਈਮ, 2 ਡੇਜ਼ ਲੈ ਲਓ ਤੁਸੀਂ। ਕਿੰਨੇ ਦਿਨ 'ਚ ਸੋਚੇ? ਮੈਂ 2 ਦਿਨ ਤਾਂ ਪ੍ਰੋਪਰ ਮਤਲਬ ਮੈਂ ਤਾਂ ਉਹ ਇੰਸਟੈਂਟਲੀ, ਮੈਂ ਉਸ ਵਕਤ ਅਗਰ ਮੈਨੂੰ ਕੋਈ ਕਹਿ ਦਿੰਦੀ ਕਿ ਹਾਂਜੀ ਮੈਂ ਸਾਈਨ ਕਰ ਲਾਂ, ਮੈਂ ਕਹਿੰਦੀ ਯਾਰ ਇੰਸਟੈਂਟਲੀ ਕਵਾਂਗੀ ਤਾਂ ਚੰਗਾ ਜਿਹਾ ਨਹੀਂ ਲੱਗੇਗਾ। ਸੋ ਯੈਸ, ਮੈਂ 2 ਦਿਨ ਲੈ ਲੈਂਦੀ ਹਾਂ। ਸੋ ਫਿਰ ਮੈਂ ਦਿੱਲੀ ਵਾਪਸ ਚਲੀ ਗਈ, ਐਂਡ ਕਿਉਂਕਿ ਪੇਰੈਂਟਸ ਨੂੰ ਨਹੀਂ ਦੱਸਿਆ ਸੀ ਕਿ ਮੈਂ ਜੌਬ ਚਲੀ ਗਈ, ਅਤੇ ਉਹਨਾਂ ਨੂੰ ਮੈਨੂੰ ਕੁਝ ਬਹਾਨਾ ਤਿਆਰ ਕਰਨਾ ਸੀ। ਉਹ ਸਟੋਰੀ ਉਹਨਾਂ ਦੀ ਹੈ ਕਿ ਮੈਂ ਕਿਹਾ ਮੇਰੀ ਨਾ ਸ਼ਿਫਟਿੰਗ ਹੋ ਰਹੀ ਹੈ ਚੰਡੀਗੜ੍ਹ, ਮੇਰੀ ਕੰਪਨੀ ਮੈਨੂੰ ਦੂਸਰੀ ਬਹਾਨੇ ਬਹੁਤ ਮਾਰੇ ਆ ਨਾ, ਮਤਲਬ ਬਹੁਤ ਬਹਾਨੇ ਮਾਰੇ। ਅੱਛਾ, ਪੇਰੈਂਟਸ ਨੂੰ ਫਿਲਮਾਂ 'ਚ ਆਉਣਾ, ਸਿੰਗਿੰਗ ਦਾ ਚਲੋ ਫਿਰ ਵੀ ਠੀਕ ਹੈ, ਇਹ ਫਿਲਮਾਂ ਲਈ ਤਿਆਰ ਕਰਨਾ ਹੁੰਦਾ ਨਾ ਕਿ ਕੁੜੀ ਹੈ, ਸ਼ੂਟਿੰਗ ਹੈ ਨਾ, ਇੱਕ ਹੁੰਦਾ ਆਪਣੇ ਆਸ-ਪਾਸ ਮਾਹੌਲ, ਉਮਰ ਘੱਟ, ਐਕਸਪੀਰੀਅੰਸ ਨਹੀਂ ਹੈ, ਇਹ ਗੱਲਾਂ ਵੀ ਪੇਰੈਂਟਸ ਸ਼ੇਅਰ ਕਰਦੇ ਹੋਣੇ?
ਮੇਰੇ ਫਾਦਰ ਹੁਣ ਔਰ ਪਹਿਲੇ ਨਾਲੋਂ ਬਹੁਤ ਚੇਂਜ ਹੋ ਚੁੱਕੇ ਹਨ ਜਦ ਦੀ ਮੈਂ ਇਸ ਲਾਈਨ 'ਚ ਆਈ ਹਾਂ। ਜਦ ਮੈਂ ਕਰੀਅਰ ਸਟਾਰਟ ਕਰ ਰਹੀ ਸੀ ਅਤੇ ਹੁਣ ਤੱਕ ਬਹੁਤ ਚੇਂਜ ਹੈ, ਕਿਉਂਕਿ ਜਦ ਮੈਂ ਇਸ ਲਾਈਨ 'ਚ ਆਈ ਸੀ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਿਹਾ ਸੀ, ਕਿਉਂਕਿ ਨਿਮਰਤ ਮੈਮ ਦਾ ਐਗਜ਼ਾਮਪਲ ਅਗਰ ਮੈਂ ਲਵਾਂ ਅਤੇ ਪਾਪਾ ਨੇ ਵੀ ਉਹਨਾਂ ਦੀ ਐਗਜ਼ਾਮਪਲ ਦਿੱਤੀ ਕਿ ਠੀਕ ਹੈ, ਜਿਵੇਂ ਉਹ ਗਾਉਂਦੇ ਵੀ ਨੇ ਅਤੇ ਐਕਟਿੰਗ ਵੀ ਕਰਦੇ ਹੈ। ਸੋ ਕਹਿ ਰਹੇ ਸੀ ਕਿ ਮੈਨੂੰ ਪਤਾ ਹੀ ਸੀ ਕਿ ਤੂੰ ਜੋ ਸਿੰਗਰ ਹੈ ਤਾਂ ਤੂੰ ਐਕਟਿੰਗ ਵੀ ਜ਼ਰੂਰ ਕਰੇਂਗੀ। ਐਂਡ ਪਹਿਲਾਂ ਉਹਨਾਂ ਨੂੰ ਥੋੜ੍ਹਾ ਮੈਨੂੰ ਨਾ ਹਲੇ ਵੀ ਯਾਦ ਹੈ, ਮੈਂ ਨਾ ਇੱਕ ਪੁੱਤ ਜੱਟ ਦਾ ਸੌਂਗ ਕੀਤਾ, ਉਸ 'ਚ ਨਾ ਮੈਂ ਸ਼ਾਰਟ ਸਕਰਟ ਪਾਈ ਹੋਈ ਹੈ ਅਤੇ ਮੈਂ ਪਾਪਾ ਸਾਡੇ ਨਾ ਕਲਚਰ ਮਤਲਬ ਸਿੱਖ ਕਲਚਰ ਜਾਂ ਪੰਜਾਬੀ ਕਲਚਰ ਇੱਦਾਂ ਦਾ ਹੀ ਹੈ ਕਿ ਆਪਾਂ ਪੇਰੈਂਟਸ ਦੇ ਸਾਹਮਣੇ ਜੀਨਸ ਯੈਸ ਵੀ ਕੈਨ ਵੇਅਰ ਬਟ ਆਈ ਕਾਂਟ ਵੇਅਰ ਸ਼ਾਰਟ ਐਨੀ ਥਿੰਗ ਹੈ ਨਾ। ਅਤੇ ਮੈਂ ਸ਼ਾਰਟ ਸਕਰਟ ਪਾਈ ਸੀ ਉਸ 'ਚ, ਅਤੇ ਉਹ ਵੀਡੀਓ ਰਿਲੀਜ਼ ਹੋਣੀ ਸੀ। ਮੈਂ ਪਾਪਾ ਨੂੰ ਤਾਂ ਦੱਸਿਆ ਹੀ ਨਹੀਂ ਕਿ ਮੈਂ ਇੱਦਾਂ ਦਾ ਕੁਝ ਪਾਇਆ। ਐਂਡ ਜਦ ਮੈਂ ਪਾਪਾ ਨੂੰ ਦਿਖਾਣੀ ਸੀ ਐਂਡ ਮੈਂ ਬਹੁਤ ਡਰ ਰਹੀ ਸੀ, ਕਿਉਂਕਿ ਮੇਰੇ ਪਾਪਾ ਮੇਰਾ ਹਰ ਕੰਮ ਦੇਖਦੇ ਆ ਜੋ ਵੀ ਹੈ। ਅਤੇ ਇੱਕ ਦਿਨ ਨਾ ਮੈਨੂੰ ਯਾਦ ਹੈ ਆਪਾਂ ਸਭ ਲੰਚ ਕਰ ਰਹੇ ਸੀ ਅਤੇ ਮੈਂ ਪਾਪਾ ਨੂੰ ਐਵੇਂ ਆਪਣੀ ਵੀਡੀਓ, ਮੈਂ ਕਿਹਾ ਪਾਪਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਮੈਂ ਇੱਦਾਂ ਦਾ ਕੁਝ ਗਾਣਾ ਸ਼ੂਟ ਕੀਤਾ ਉਸ 'ਚ ਮੈਂ ਇੱਦਾਂ ਦੀ ਸਕਰਟ ਪਾਈ ਹੈ। ਐਂਡ ਮੈਂ ਬਹੁਤ ਸ਼ੌਕਡ ਸੀ ਪਾਪਾ ਦੇ ਰਿਐਕਸ਼ਨ ਨਾਲ। ਪਾਪਾ ਕਹਿੰਦੇ ਹਾਂ ਕੋਈ ਗੱਲ ਨਹੀਂ, ਮੈਨੂੰ ਤਾਂ ਪਤਾ ਹੀ ਇਹ ਸਭ ਹੋਏਗਾ, ਜਾਂ ਫਿਰ ਤੁਸੀਂ ਇੱਦਾਂ ਦੇ ਕਾਸਟਿਊਮਸ ਵੀ ਪਾਓਗੇ ਜਾਂ ਤੁਸੀਂ ਕਦੀ ਐਕਟ ਵੀ ਕਰੋਗੇ ਹੈ ਨਾ, ਅਤੇ ਆਮ ਟੋਟਲੀ ਨੋਰਮਲ। ਬਟ ਮੇਰੇ ਪਾਪਾ ਨੇ ਮੈਨੂੰ ਇੱਕ ਚੀਜ਼ ਕਹੀ ਕਿ ਕੈਮਰੇ ਦੇ ਸਾਹਮਣੇ ਜੋ ਤੁਸੀਂ ਉਹ ਘਰ ਨਾ ਲੈ ਕੇ ਆਓ, ਘਰ ਤੁਸੀਂ ਜਿੱਦਾਂ ਮੇਰੇ ਸਾਹਮਣੇ ਤੁਸੀਂ ਉੱਦਾਂ ਰਹੋ, ਪਰ ਕੈਮਰੇ ਸਾਹਮਣੇ ਮੈਂ ਤੁਹਾਨੂੰ ਨਹੀਂ ਕੁਝ ਮਨਾ ਕਰਦਾ, ਤੁਸੀਂ ਜਿੱਦਾਂ ਪਰਫਾਰਮ ਕਰਨਾ ਹੈ, ਜੋ ਕੱਪੜੇ ਪਾਣੇ ਹੈ, ਜੋ ਜਿੱਦਾਂ ਤੁਸੀਂ ਐਕਟ ਕਰਨਾ ਚਾਹੁੰਦੇ ਹੋ ਯੂ ਕੈਨ ਡੂ। ਯਾਨੀ ਕਿ ਤੁਸੀਂ ਸਿੰਗਰ ਐਕਟਿੰਗ ਬਾਹਰ ਹੋ, ਘਰ 'ਚ ਤੁਸੀਂ ਉੱਦਾਂ ਹੀ ਹੋ। ਘਰ 'ਚ ਮੈਂ ਉਹੀ ਦੀਪੀ ਹਾਂ, ਮੈਂ ਘਰੇ ਵੀ ਹਲੇ ਜਾਂਦੀ ਹਾਂ ਨਾ, ਮੇਰੀ ਮੰਮੀ ਕਹਿੰਦੀ ਤੈਨੂੰ ਦੇਖ ਕੇ ਕੋਈ ਕਹੇਗਾ ਤੂੰ ਬਾਹਰ ਐਕਟਰੈਸ ਹੈ। ਸੋ ਮੈਂ ਘਰ 'ਚ ਬਿਲਕੁਲ ਹੀ ਝੱਲੀ ਜੀ ਬਣ ਕੇ ਘੁੰਮਦੀ ਰਹਿੰਦੀ ਹਾਂ। ਉਹ ਦੋਸਤ ਹੁਣ ਜਦੋਂ ਦੇਖਦੇ ਹੋਣੇ, ਜਦੋਂ ਸਕਰੀਨ 'ਤੇ ਹੈ ਨਾ ਉਹ ਫੈਨ ਫੋਲੋਇੰਗ, ਫੋਟੋਗ੍ਰਾਫ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ। ਹੁਣ ਦੀਪੀ ਨੂੰ ਲੱਗਦਾ ਹੈ ਜਾਂ ਨਵਦੀਪ ਨੂੰ, ਨਾਇਕਰਾ ਨੂੰ, ਅੱਛਾ ਤੁਸੀਂ ਫੇਸਬੁੱਕ ਪੇਜ ਵੀ ਬੜੇ ਡਿਫਰੈਂਟ ਨਾਮ 'ਤੇ ਬਣਾਇਆ ਕਿ ਘਰ ਵਾਲੇ ਨਾ ਪਛਾਣ ਸਕਣ? ਇਸੇ ਲਈ ਤਾਂ ਬਣਾਇਆ ਸੀ ਨਾਇਕਰਾ, ਕਿਉਂਕਿ ਡਰ ਸੀ ਮਨ 'ਚ। ਪਰ ਮੈਂ ਜਿਸ ਤਰ੍ਹਾਂ ਮੇਰੇ ਪਾਪਾ ਨੇ ਮਤਲਬ ਇਹ ਸਭ ਡੀਲ ਕੀਤਾ, ਤਾਂ ਮੈਂ ਇਹ ਸੋਚਦੀ ਹਾਂ ਕਿ ਸ਼ਾਇਦ ਜੇ ਉਸ ਵਕਤ ਮੈਂ ਨਹੀਂ ਸੋਚਦਾ ਤਾਂ ਨਾਇਕਰਾ ਨਾਮ ਬਣਨਾ ਵੀ ਨਹੀਂ ਸੀ, ਕਿਉਂਕਿ ਮੈਂ ਨਾਇਕਰਾ ਬਣਾਉਣ ਤੋਂ ਪਹਿਲਾਂ ਮੈਂ ਸੋਚਿਆ ਨਹੀਂ ਸੀ ਕਿ ਨਾਇਕਰਾ ਇੰਨਾ ਇਨੋਵੇਟਿਵ ਨਾਮ ਬਣ ਜਾਏਗਾ। ਜਿਵੇਂ ਇਹਦੀ ਮੈਂ ਸਟੋਰੀ ਦੱਸਦੀ ਹਾਂ, ਜਿਵੇਂ ਐਨ ਤੋਂ ਮੇਰੀ ਸਿਸਟਰ ਹੈ ਨਵਨੀਤ, IQ ਤੋਂ ਮੇਰੇ ਪਾਪਾ ਦਾ ਨਾਮ ਹੈ ਇਕਬਾਲ, R ਤੋਂ ਮੰਮਾ ਰਵਿੰਦਰ, A ਤੋਂ ਅਰਸ਼ਦੀਪ। ਸੋ ਇਹ ਨਾਮ ਇੱਦਾਂ ਬਣ ਗਿਆ। ਔਰ ਅਗਰ ਮੈਂ ਕਿਸੇ ਨੂੰ ਦੱਸਾਂ ਵੀ ਨਾ ਕਿ ਨਾਇਕਰਾ ਇੱਦਾਂ ਬਣਿਆ, ਦੈਨ ਦੇ ਡੋਂਟ ਬਿਲੀਵ, ਉਹਨਾਂ ਨੂੰ ਲੱਗਦਾ ਸ਼ਾਇਦ ਇਟਸ ਅ ਨੇਮ। ਤੇ ਬਟ ਤੁਸੀਂ ਬੜਾ ਕ੍ਰੀਏਟੀਵਿਟੀ ਕੀਤੀ ਉਹਦੇ 'ਚ। ਪਤਾ ਨਹੀਂ ਬਸ ਹੋ ਗਈ। ਅੱਛਾ ਪਹਿਲਾ ਸੌਂਗ ਜਿਹੜਾ ਆਇਆ ਸਕਰੀਨ 'ਤੇ ਪਰਮੀਸ਼ ਨਾਲ, ਹਾਂਜੀ, ਉਹਦਾ ਦਾ ਐਕਸਪੀਰੀਅੰਸ ਕੀ ਰਿਹਾ? ਉਹ ਲਾਸਟ ਈਅਰ ਆਇਆ ਸੀ ਰੁਲਾਵਾਂਗੇ, ਅਤੇ ਉਹ ਬਹੁਤ ਵੱਡਾ ਇੱਕ ਕਿਉਂਕਿ ਮੇਰੇ ਲਈ ਬਹੁਤ ਵੱਡਾ ਯੈਸ, ਕਿਉਂਕਿ ਮੈਂ 5-6 ਸਾਲ ਜਿੱਦਾਂ ਹੈ ਮੈਂ ਸਰ ਨਾਲ ਸਾਈਨਡ ਹਾਂ, ਪੇਸ਼ੈਂਟਲੀ ਵੇਟ ਕੀਤੀ ਉਸ ਚੀਜ਼ ਦੀ। ਐਂਡ ਜਿਸ ਦਿਨ ਉਹ ਹੋਇਆ ਅਤੇ ਮੈਨੂੰ ਤਾਂ ਪਹਿਲੇ ਤਾਂ ਜਦ ਗਾਣਾ ਬਣਿਆ ਸੀ ਤਾਂ ਵੀ ਆਪਾਂ ਸੋਚਿਆ ਨਹੀਂ ਸੀ ਕਿ ਪਰਮੀਸ਼ ਵਰਮਾ ਸਰ ਮੇਰੀ ਵੀਡੀਓ 'ਚ ਹੋਣਗੇ। ਉਹ ਤਾਂ ਸਰ ਦੇ ਕਨੈਕਸ਼ਨਸ ਉਹਨਾਂ ਨਾਲ ਵਧੀਆ ਹੈ, ਫਰੈਂਡਲੀ ਨੋਟ 'ਤੇ ਸਭ ਕੁਝ ਹੈ, ਅਤੇ ਤਾਂ ਵੀ ਮੈਨੂੰ ਸਰ ਨੇ ਪ੍ਰੋਪਰ ਦੱਸਿਆ ਨਹੀਂ ਸੀ ਕਿ ਪਰਮੀਸ਼ ਸਰ ਇਸ ਗਾਣੇ ਵਿੱਚ ਹੋਣਗੇ। ਅਤੇ ਉਹ ਵੀ ਮੇਰੇ ਲਈ ਇੱਕ ਮਤਲਬ ਉਹ ਗਾਣਾ ਵੀ ਮੇਰੇ ਲਈ ਇੱਕ ਬਹੁਤ ਵੱਡਾ, ਇੱਕ ਮੈਨੂੰ ਲੱਗਦਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਹੈ, ਕਿਉਂਕਿ ਇੱਕ ਇੰਜੀਨੀਅਰ ਜਿਹਨੇ ਬੀਟੈਕ ਕੀਤੀ ਹੈ ਜਾਂ ਫਿਰ ਉਹ ਸਟੱਡੀ ਕਰਦੀ ਹੁੰਦੀ ਸੀ ਜਾਂ ਜਿਹਦੀ ਜੌਬ ਸੀ, ਉਹਨੇ ਕਦੀ ਨਹੀਂ ਸੋਚਿਆ ਸੀ ਕਿ ਹਾਂ ਸਿੰਗਰ ਮੈਂ ਜ਼ਰੂਰ ਬਣਨਾ ਚਾਹਾਂ, ਪਰ ਮੈਂ ਕਦੀ ਨਹੀਂ ਸੋਚਿਆ ਸੀ ਮੇਰਾ ਪਹਿਲਾ ਬ੍ਰੇਕ ਹੀ ਪਰਮੀਸ਼ ਵਰਮਾ ਸਰ ਨਾਲ ਹੋਏਗਾ। ਹੁਣ ਕੋਈ ਗਾਣਾ ਜ਼ਿਹਨ 'ਚ ਆ ਜਾਂਦਾ ਆਪਣੀ ਜ਼ਿੰਦਗੀ ਨੂੰ ਦੇਖ ਕੇ? ਕੋਈ ਗਾਣਾ ਹੋਰ ਕੋਈ ਸੈਕਿੰਡ ਫੇਵਰੇਟ ਕੋਈ ਇੱਦਾਂ ਦਾ ਲੱਗੇ ਵੀ ਜਿਹੜਾ ਆਮ ਤੁਸੀਂ ਚੱਲਦੇ ਫਿਰਦੇ ਕਈ ਵਾਰ ਘਰੇ ਗੁਣਗੁਣਾ ਦਿੰਦੇ ਹੋ, ਗੱਡੀ 'ਚ ਜਾ ਰਹੇ ਹੋ ਕਿਤੇ? ਅੱਛਾ, ਮੈਂ ਤੁਹਾਨੂੰ ਇੱਕ ਮੇਰਾ ਦੂਸਰਾ ਹੁਣੇ ਗਾਣਾ ਆਇਆ ਸੀ ਸੋਹਣੀ ਹਾਂ, ਉਹਦੀ ਕੁਝ ਲਾਈਨ ਸੁਣਾ ਦਿੰਦੀ ਹਾਂ। तेरे वर्गा कोई ना तेरी हर अदा लगे, तू कदे तो मिलना है कोई ना रब है, जिदे कोल तू होना है ओनू लोड़ किसे दी की, तेरा प्यार जिनू मिलना ओदे कोले सब है, तू किते ना ही ना कर दे मैं बाला घबरानी आ, जिस दिन तू कह देगा मैं मन लूँ कि सोनी हाँ, जिस दिन तू कह देगा मैं मन लूँ कि सोनी हाँ। क्या बात है जी, बहुत बहुत ਵਧੀਆ। ਹੁਣ ਜਦੋਂ ਬੰਦਾ ਇੱਕ ਐਸਟੈਬਲਿਸ਼ ਹੋ ਜਾਂਦਾ ਹੈ, ਆਪਾਂ ਕਹਿ ਸਕਦੇ ਹਾਂ ਕਿ ਹੁਣ ਤੁਸੀਂ ਆਪਣੀ ਰਾਹ 'ਤੇ ਆਪਣੇ ਪੈਸ਼ਨ ਨੂੰ ਫੋਲੋ ਕਰ ਰਹੇ ਹੋ, ਔਰ ਆਉਣ ਵਾਲੇ ਵੀ ਪ੍ਰੋਜੈਕਟ ਕਾਫੀ ਤੁਹਾਡੇ ਵੱਡੇ ਨੇ, ਅਸੀਂ ਨਾਮ ਨਹੀਂ ਦੱਸਾਂਗੇ, ਪਰ ਇਹ ਜ਼ਰੂਰ ਹੈ ਕਿ ਬਹੁਤ ਵੱਡੇ ਪ੍ਰੋਜੈਕਟ ਨੇ। ਐਕਸਾਈਟਮੈਂਟ ਤਾਂ ਹੁੰਦੀ ਹੈ ਨਾ ਜਦੋਂ ਦਿਖਦਾ ਕਿ ਹਾਂ ਉਹ ਤੇ ਉਹ? ਐਕਸਾਈਟਮੈਂਟ ਹੈ, ਬਟ ਉਸ ਤੋਂ ਪਹਿਲਾਂ ਗ੍ਰੇਟਫੁਲ ਹਾਂ ਬਹੁਤ ਜ਼ਿਆਦਾ। ਐਕਸਾਈਟਮੈਂਟ ਹੈ, ਪਤਾ
ਐਕਸਾਈਟਮੈਂਟ ਦੇ ਨਾਲ ਨਾਲ ਨਾ ਮੈਨੂੰ ਇੱਕ ਅੰਦਰੋਂ ਇੱਕ ਡਰ ਔਰ ਨਰਵਸਨੈਸ ਵੀ ਰਹਿੰਦੀ ਹੈ, ਕਿਉਂਕਿ ਜਦ ਆਪਾਂ ਕਿਸੇ ਵੱਡੇ ਪੜਾਵ ਦੀ ਤਰਫ ਜਾ ਰਹੇ ਹੁੰਦੇ ਆ ਨਾ, ਇੱਕ ਅਲੱਗ ਜਿਹਾ ਜਿਵੇਂ ਹੁੰਦਾ ਨਾ ਕਿ ਇੱਕ ਕੀ ਕਹਿੰਦੇ ਆ ਦੈਟਸ ਉਹ ਝੂਲਾ ਕਿਹੜਾ ਹੁੰਦਾ ਚੰਡੋਲ ਜਿਹਨੂੰ ਕਹਿੰਦੇ ਆ, ਜਦੋਂ ਥੋੜਾ ਉੱਤੇ ਜਾ ਰਿਹਾ ਹੁੰਦਾ ਤਾਂ ਇੱਕ ਜੋ ਫੀਲਿੰਗ ਆ ਰਹੀ ਹੁੰਦੀ ਹੈ ਨਾ, ਮੈਨੂੰ ਵੀ ਥੋੜੀ ਉੱਦਾਂ ਦੀ ਫੀਲਿੰਗ ਅੱਜ ਕੱਲ੍ਹ ਰਹਿੰਦੀ ਹੈ। ਐਕਸਾਈਟਮੈਂਟ ਪੂਰੀ ਹੈ, ਬਟ ਉਸ ਤੋਂ ਪਹਿਲਾਂ ਮੈਂ ਬਲੈਸਡ ਔਰ ਬਹੁਤ ਗ੍ਰੇਟਫੁਲ ਫੀਲ ਕਰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਜੈਸੀ ਕੁੜੀ ਜਿਹੜੀ ਕਿ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹੈ, ਜਿਹਦੀ ਸਾਰੀ ਫੈਮਿਲੀ 'ਚ ਸਿਰਫ ਇੰਜੀਨੀਅਰਸ ਜਾਂ ਫਿਰ CAs ਜਾਂ ਬੈਂਕ ਮੈਨੇਜਰਸ ਨੇ, ਉਹ ਉਸ ਫੈਮਿਲੀ ਦੀ ਕੁੜੀ ਜਿਹੜੀ ਹੈ ਇਸ ਲਾਈਨ 'ਚ ਆਏ। ਸੋ ਮੈਨੂੰ ਲੱਗਦਾ ਹੈ ਕਿ ਇਹ ਰੱਬ ਨੇ ਪਤਾ ਨਹੀਂ ਕਿਹੜੀ ਘੜੀ 'ਚ ਮੈਨੂੰ ਚੂਜ਼ ਕੀਤਾ ਇਸ ਬਲੈਸਿੰਗ ਲਈ। ਬਿਲਕੁਲ ਜਲਦੀ ਸੇ ਹੁਣ ਖ਼ਤਮ ਕਰਾਂਗੇ, ਹਾਲਾਂਕਿ ਦਿਲ ਕਰਦਾ ਕਿ ਗੱਲਾਂ ਕਰੀ ਜਾਈਏ, ਪਰ ਤੁਹਾਡਾ ਵੀ ਟਾਈਮ ਅਸੀਂ ਜ਼ਿਆਦਾ ਲੈਣਾ ਨਹੀਂ। ਬੜੇ ਇਮੋਸ਼ਨਲ ਹੋ ਤੁਸੀਂ, ਹੈ ਨਾ, ਬਹੁਤ ਇਮੋਸ਼ਨਲ ਹੋ। ਕਈ ਵਾਰ ਇੱਦਾਂ ਵੀ ਹੁੰਦਾ ਕਿ ਇਨਸਾਨ ਇਕੱਲਾ ਬਹਿ ਕੇ ਕੁਛ ਹੱਥਰੂ ਕਹਿ ਬਹਿ ਜਾਂਦੇ ਨੇ ਕਿ ਆਪਣੇ ਕੰਟਰੋਲ 'ਚ ਹੀ ਰਹਿੰਦੇ, ਹਾਲਾਂਕਿ ਗੱਲ ਕੁਛ ਨਹੀਂ ਹੁੰਦੀ, ਲੇਕਿਨ ਦਿਲ ਨਹੀਂ ਰੁਕ ਪਾਉਂਦਾ। ਮੈਂ ਐਸੀ ਹੀ ਹਾਂ, ਮੈਂ ਬਹੁਤ ਇਮੋਸ਼ਨਲ ਹਾਂ। ਇੱਕ ਤਾਂ ਮੈਂ ज़्यादा दोस्त नहीं है, बहुत घट फ्रेंड्स हैं और मेरा सर्कल बहुत छोटा है। मेरे मैनेजर उमेश सर या मेरे भैन भरा या मेरे एक दो फ्रेंड्स है जो हुण कैनेडा चले गए, या एक होर सारी टीम च गगन। सो इन्हां नाल ही मेरा जो बॉन्ड है। पर जद इन्हां दे इलावा मैं कल्ली कदी बैठी हुंदी हां, अपनी जर्नी बारे कुछ याद करना या कुछ चीज़ां कुछ भी है जो साडी हुंदा कि हर कोई बंदा ना अपने पास्ट बारे या कुछ जो चीज़ां चो गो थ्रू होके आया है, वो कदी ना कदी जब अक्खां दे सामने आती है ना, एक तो ब्लैसिंग्स फील होंदियां, कदी कदी कुछ चीज़ां दा रिग्रेट्स होंदे हैं जो मैनूं लगदा जो हर इंसान को याद रहते हैं। बट उस तो ज़्यादा मैंने लगता है ब्लैसिंग्स हैं। सो येस डेफिनेटली मैं बहुत इमोशनल हाँ, कल्ले बैठ के मैं बहुत रोंदी हाँ। एंड मैनू कई बार कई ने कहा भी है तू बहुत रोंदू है, तू बहुत रोंदी है। मैं चाहे कोई इमोशनल सीन हो चाहे हंसी वाला सीन हो, ज़िंदगी च कुछ ऐसा चल रहा है हंसी वाला या बहुत इमोशनल या कुछ बहुत वड्डा मिल गया, मैं बस रो के ही जाहिर करती हूँ। मेरी होर कोई इमोशनस मैंने लगता है नहीं, मैं बस रो के ही सब चीज़ें जाहिर। अच्छा, जिदा ਤੁਹਾਡੀ ਜਰਨੀ ਰਹੀ ਹੈ, ਕਈ ਜਿਹੜੀ ਗਰਲਸ ਦੇਖ ਰਹੀ ਹੋਣੀ ਹੈ ਨਾ ਕਿ ਉਹ ਆਪਣੇ ਪੈਸ਼ਨ ਨੂੰ ਕਈ ਵਾਰ ਛੱਡ ਦਿੰਦੀਆਂ ਵਿੱਚ, ਤੁਹਾਨੂੰ ਕੀ ਲੱਗਦਾ ਹੈ ਕਿ ਘੱਟ ਤੋਂ ਘੱਟ ਇੱਕ ਐਸਾ ਮੈਸੇਜ ਕਿ ਹਾਂ ਆਪਣੇ ਡ੍ਰੀਮ ਨੂੰ ਫੋਲੋ ਕਰਨਾ, ਔਰ ਬੜੇ ਬੈਰੀਕੇਡਸ ਵੀ ਹੁੰਦੇ ਨੇ? ਕੁੜੀਆਂ ਹੀ ਨਹੀਂ, ਮੈਨੂੰ ਲੱਗਦਾ ਮੁੰਡੇ ਵੀ ਕੋਈ ਇੱਕ ਐਸਾ ਪੁਆਇੰਟ ਜ਼ਿੰਦਗੀ 'ਚ ਜ਼ਰੂਰ ਆਉਂਦਾ ਹੈ ਜਦ ਆਪਾਂ ਹਿੰਮਤ ਹਾਰ ਜਾਂਦੇ ਹਾਂ। ਕਿਉਂਕਿ ਮੈਂ ਨਹੀਂ ਕਹਾਂਗੀ ਮੇਰੀ ਲਾਈਫ 'ਚ ਨਹੀਂ ਆਇਆ, ਮੇਰੀ ਲਾਈਫ 'ਚ ਵੀ ਆਇਆ, ਕਿਉਂਕਿ 6-7 ਸਾਲ ਇੱਦਾਂ ਸਟਰਗਲ ਕਰਨਾ ਇਜ਼ ਨਾਟ ਈਜ਼ੀ। ਵੈਸੇ ਤਾਂ 6-7 ਸਾਲ ਇਜ਼ ਨੈਕਸਟ ਟੂ ਨਥਿੰਗ, ਕਿਉਂਕਿ ਲੋਕ ਤਾਂ 10-10 ਸਾਲ ਤੋਂ ਮਿਹਨਤ ਕਰ ਰਹੇ ਨੇ। ਯੈਸ, ਬਟ ਹੁੰਦਾ ਕਿ ਹਰ ਇੱਕ ਬੰਦੇ ਦਾ ਇੱਕ ਪੁਆਇੰਟ ਹੈ ਜਿਸ 'ਚ ਜਾ ਕੇ ਨਾ ਉਸ ਤੋਂ ਬਾਅਦ ਉਹਦਾ ਹੁੰਦਾ ਬ੍ਰੇਕਡਾਊਨ ਫੇਜ਼ ਆ ਜਾਂਦਾ ਹੈ, ਸਬਰ ਥੋੜਾ ਟੁੱਟ ਜਾਂਦਾ ਹੈ। ਹਾਂ, ਸੋ ਮੇਰੇ ਨਾਲ ਵੀ ਉਹ ਹੋਇਆ, ਅਤੇ ਮੈਂ ਹੋਰ ਵੀ ਅਗਰ ਕੋਈ ਮੈਨੂੰ ਵੇਖ ਰਿਹਾ ਤਾਂ ਮੈਂ ਉਹਨੂੰ ਇਹੀ ਕਹਿਣਾ ਚਾਹਾਂਗੀ ਕਿ ਉਹ ਜਿਹੜਾ ਪੁਆਇੰਟ ਹੈ ਨਾ ਬ੍ਰੇਕਡਾਊਨ ਹੋਣ ਵਾਲਾ, ਜਾਂ ਜਿਸ ਜਗ੍ਹਾ ਤੁਹਾਨੂੰ ਲੱਗਦਾ ਤੁਸੀਂ ਹਿੰਮਤ ਹਾਰਨ ਲੱਗੇ ਹੋ, ਉਹ ਇੱਕ ਪੁਆਇੰਟ ਹੈ ਜਿਸ ਤੋਂ ਜ਼ਿੰਦਗੀ ਚੇਂਜ ਹੋਣੀ ਹੁੰਦੀ ਹੈ। ਮੈਨੂੰ ਬਾਈ ਐਕਸਪੀਰੀਅੰਸ ਮੈਨੂੰ ਇਹੀ ਲੱਗਦਾ ਹੈ, ਕਿਉਂਕਿ ਸ਼ਾਇਦ ਅਗਰ ਪਿਛਲੇ ਸਾਲ ਜਾਂ ਉਸ ਤੋਂ ਪਹਿਲਾਂ ਮੈਂ ਹਿੰਮਤ ਹਾਰ ਜਾਂਦੀ, ਜੋ ਮੇਰਾ ਪੁਆਇੰਟ ਸੀ ਕਿ ਮੇਰੇ ਤੋਂ ਹੁਣ ਨਹੀਂ ਹੋ ਪਾ ਰਿਹਾ, ਪੇਸ਼ੈਂਸ ਲੂਜ਼ ਹੋ ਰਹੀ ਹੈ, ਅਤੇ ਸ਼ਾਇਦ ਮੈਂ ਇੱਥੇ ਨਹੀਂ ਆ ਪਾਉਂਦੀ। ਬਟ ਯੈਸ, ਮੇਰੀ ਟੀਮ ਬਹੁਤ ਸੋਲਿਡ ਰਹੀ ਹੈ, ਜਿਵੇਂ ਉਮੇਸ਼ ਸਰ, ਉਹਨਾਂ ਨੇ ਮੈਨੂੰ ਹਿੰਮਤ ਹੀ ਨਹੀਂ ਹਾਰਨ ਦਿੱਤੀ। ਜਾਂ ਉਸ ਤੋਂ ਜਿਵੇਂ ਮੇਰੀ ਨਾ ਜਰਨੀ ਦੇ ਵਿੱਚ ਵੀ ਮੈਂ ਕਈ ਆਡੀਸ਼ਨਸ ਦਿੱਤੇ ਹੈ, ਸਿਲੈਕਸ਼ਨ ਨਹੀਂ ਹੋਈ ਜਾਂ ਕਿਸੇ 'ਚ ਹੋਊਗੀ ਤਾਂ ਆਪਾਂ ਸਰ ਨੇ ਕਿਹਾ ਕਿ ਨਹੀਂ ਆਪਾਂ ਨਹੀਂ ਕਰਨਾ ਕਿਉਂਕਿ ਕੁਝ ਵੱਡਾ ਹੀ ਕਰਾਂਗੇ। ਸੋ ਉਹ ਜਿਹੜੀ ਇੱਕ ਆਰਟਿਸਟ ਔਰ ਇੱਕ ਮੈਨੇਜਰ 'ਚ ਮੈਨੂੰ ਲੱਗਦਾ ਇਹੀ ਥੋੜ੍ਹਾ ਡਿਫਰੈਂਟ ਹੈ। ਜੋ ਤੁਹਾਨੂੰ ਤੁਹਾਡੇ ਮੈਂਟਰ ਜਿਹੜੇ ਹੁੰਦੇ ਆ ਨਾ, ਉਹਨਾਂ ਨੂੰ ਤੁਹਾਡੇ ਬਾਰੇ ਪਤਾ ਹੁੰਦਾ, ਪਰ ਸਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਹੁੰਦਾ। ਕਈ ਵਾਰ ਆਪਾਂ ਹਿੰਮਤ ਹਾਰ ਜਾਂਦੇ ਹਾਂ ਕਿ ਯਾਰ ਮੈਂ ਨਹੀਂ ਕਰ ਪਾਵਾਂਗੀ, ਜਾਂ ਮੈਂ ਬਹੁਤ ਵਾਰ ਸੋਚਿਆ ਕਿ ਯਾਰ ਮੈਂ ਇਸ ਲਾਈਨ ਲਈ ਬਣੀ ਨਹੀਂ ਆ, ਮੈਂ ਦੁਬਾਰਾ ਇੰਜੀਨੀਅਰਿੰਗ ਕਰ ਲੈਂਦੀ ਹਾਂ ਜਾਂ ਮੈਂ ਦੁਬਾਰਾ ਜੋਬ ਸਰਚ ਕਰ ਲੈਂਦੀ ਹਾਂ। ਬਟ ਉਹੀ ਇੱਕ ਪੁਆਇੰਟ ਸੀ ਜਿਸ ਤੋਂ ਬਾਅਦ ਮੇਰੀ ਲਾਈਫ ਚੇਂਜ ਹੋਈ, ਕਿਉਂਕਿ ਮੈਨੂੰ ਇੱਕ ਤਾਂ ਮੇਰੀ ਫੈਮਿਲੀ ਨੇ ਔਰ ਮੇਰੀ ਟੀਮ ਨੇ ਹਿੰਮਤ ਨਹੀਂ ਹਾਰਨ ਦਿੱਤੀ। ਚਲੋ ਮੇਰੇ ਕੋਲ ਤਾਂ ਇਹ ਸਪੋਰਟ ਸੀ, ਬਟ ਤਾਂ ਵੀ ਤੁਸੀਂ ਪਲੀਜ਼ ਹਿੰਮਤ ਨਾ ਹਾਰੋ। ਜਿਸ ਪੁਆਇੰਟ 'ਤੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਹੁਣ ਹਿੰਮਤ ਹਾਰਨ ਲੱਗੇ ਹੋ, ਜਸਟ ਫਾਈਂਡ ਸਮਥਿੰਗ, ਕੁਛ ਵੀ ਐਸਾ ਢੂੰਡੋ ਜੋ ਤੁਹਾਨੂੰ ਹਿੰਮਤ ਦੇ। ਲਾਈਕ ਅਗਰ ਤੁਹਾਡਾ ਪੈਸ਼ਨ ਸਿੰਗਿੰਗ ਹੈ, ਦੈਨ ਜਸਟ ਸਟਾਰਟ ਅਪਲੋਡਿੰਗ ਵੀਡੀਓਜ਼ ਤਾਂ ਕਿ ਤੁਹਾਨੂੰ ਬੂਸਟ ਮਿਲੇ। ਸੋ ਇਹੀ ਕਹਿਣਾ ਚਾਹਾਂਗੀ। ਥੈਂਕ ਯੂ। ਜਾਂਦੇ ਜਾਂਦੇ ਸੁਰਾਂ ਦੇ ਨਾਲ ਹੀ ਆਪਾਂ ਖਤਮ ਕਰਦੇ ਹਾਂ ਇੰਟਰਵਿਊ ਨੂੰ। ਕੋਈ ਫੇਵਰੇਟ ਹਿੰਦੀ ਸੌਂਗ ਹੋਈ ਜਾਂ ਕੋਈ ਜਿਹੜਾ ਵੀ ਜੋਨਰ ਤੁਹਾਨੂੰ ਹੋਰ ਇਸ ਤੋਂ ਲੱਗਦਾ ਵਾ? ਹਾਂ, ਮੈਂ ਹਿੰਦੀ ਸੁਣਾਉਂਦੀ। ਜੀ ਹਮੇं मंजूर है आपका ये फैसला, कह रही है हर नजर बंदा परवर शुक्रिया, दो जहां की आज खुशियाँ हो गई हासिल हमें आपकी नजरों ने समझा।
ਕੀ ਬਾਤ ਹੈ Thank you, ਵਾਕਈ thank you, ਬੰਦਾ ਪਰਵਰ ਖੁਸ਼ੀਆਂ ਤੇ ਅੱਦੇ ਤੁਹਾਨੂੰ ਖੁਸ਼ੀਆਂ ਮਿਲਦੇ ਰਹੇ। ਬਹੁਤ ਬਹੁਤ ਸ਼ੁਕਰੀਆ ਨਾਇਕਰਾ ਤੁਹਾਡਾ। ਤਾਂ ਇਹ ਸੀਗੇ ਨਾਇਕਰਾ ਔਰ ਆਪਣੀ ਜ਼ਿੰਦਗੀ ਦੀ ਜਿਹੜੀ ਗੱਲਬਾਤ, ਇੱਕ ਸਟਰਗਲ ਪੀਰੀਅਡ ਕਿੱਦਾਂ ਸ਼ੁਰੂਆਤ ਹੋਈ, ਕਿੱਦਾਂ ਇੱਕ ਮੋੜ ਆਇਆ ਲਾਈਫ 'ਚ ਔਰ ਉਹ ਅੱਗੇ ਉਹ ਜਿਹੜੀ ਰਸਤੇ ਤੇ ਹੁਣ ਤੁਰ ਰਹੇ ਨੇ। ਔਰ ਇਹ ਜੀ ਐਗਜ਼ਾਮਪਲ ਨੇ ਸੋਸਾਇਟੀ ਲਈ, ਮੁੰਡੇ ਹੋਣ ਕੁੜੀਆਂ ਹੋਣ, ਆਪਣੇ ਸੁਪਨੇ ਨੂੰ ਪੂਰਾ ਜ਼ਰੂਰ ਕਰਿਓ। ਵੀਡੀਓ ਜਰਨਲਿਸਟ ਅਜੇ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਮੋਹਾਲੀ।